दास अर्जन गुरु बार श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है माणिक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एक ओंकारा सतगुरु तिह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु साहिब जी गिर समान जिह देह कराला उबै कोस लो बाहु विसाला सिर पर ਇਹਨੂੰ ਖੋਲ ਉਤਲਾ ਮੋਟਾ ਹੈ ਜਿਹੜੇ ਗੋਪ ਮਾਉਣ ਆਵਾਜ਼ ਦਾ ਥੋੜੀ ਘੱਟ ਪਾ ਦੇ ਵਿੱਚ ਥੋੜੀ ਐਂ ਕਰਦੇ गिर कंदर सीनास परमाना गिर समान जिह देह कराला। वाहिगुरु जी का खालसा वाहिगुरु जी की फतेह। धन धन श्री गुरु नानक देव साहिब जी महाराज धन धन श्री गुरु गोबिंद सिंह साहिब जी महाराज धन धन श्री गुरु ग्रंथ साहिब जी महाराज सतगुरु जी दी साजी निवाजी गुरु रूप गुरु प्यारी साध संगत जीओ आप बेअंत संगतां गुरु अर्जन देव महाराज जी के चरणों विच नतमस्तक हो करके प्रतख रूप विच गुरु ग्रंथ साहिब महाराज जी के दर्शन करके लाहा प्राप्त कर रहे हो। महाराज जी ने बेअंती कृपा की है सत्संग दीयां घड़ियां दा सुभाग समा बख्श के साडे इस जन्म के समय नूं सफला किया है। नितनेम नाल ही गुरु साहिब जी दीयां संगतां महाराज जी के चरणों विच हाजरियां भरदियां हन। तिल फुल भेटा सतगुरु जी के चरणों विच अर्पण करके मन भाउंदी मन वांछित फल प्राप्त करते हैं। जो सतगुरु नानक साहिब महाराज जिन्हां दा महान पावन पवित्र इतिहास चूड़ामणि कवि भाई संतोख सिंह जी ने काव्य के नियमां विच काव्य की रचना विच छंदाबंदी नूं गुंथन करके बड़ा सोहना इतिहास लिखिया है। उन्हां प्रसंगां नूं आपां लड़ीवार रूप विच सरवण कर रहे हाँ। जिवें आप जी ने सरवण कीता सी जो देवलूत राक्ष एक टापू ते रहिंदा सी उस नूं गुरु साहिब जी ने भाव भगती दी दात बख्शी सिੱਖੀ बख्शिश की ते नाल इह कह दिता उपदेश किया कि जिहड़ा कोई मांस खाना है जीवा हत्या करके मार के आदमखोरे बनना है, ये मांस नहीं होने तो खाना है।
ਉਸ ਵਾਹਿਗੁਰੂ ਦੀ ਕੀਰਤੀ ਕਰਦੇ ਹੋਏ, ਸਿਫਤ ਸਲਾਹ ਕਰਦੇ ਹੋਏ ਕੜਾਹ ਪ੍ਰਸ਼ਾਦ ਦੀ ਦੇ ਕਰਨੀ ਹੈ ਅਤੇ ਉਸ ਨੂੰ ਛਕਣਾ ਕਰਨਾ ਹੈ। ਸਤਸੰਗ ਦੀਆਂ ਘੜੀਆਂ ਦੋਵੇਂ ਸਮੇਂ ਵਿੱਚ ਹੀ ਕਰਨੀਆਂ ਹਨ। ਇਸ ਤਰ੍ਹਾਂ ਜਿਹੜਾ ਹੈ ਦੇਵਲੂਤ ਜੀ ਨੂੰ, ਰਾਖਸ਼ ਨੂੰ ਗੁਰੂ ਸਾਹਿਬ ਨੇ ਸਿੱਧੇ ਰਾਹ ਪਾਇਆ। ਫਿਰ ਉੱਥੋਂ ਚੱਲ ਕੇ ਗੁਰੂ ਸਾਹਿਬ ਜੀ ਨੇ ਜੋ ਬਣੂ ਮਾਨਸਾ ਹੈ, ਭਾਵ ਇੱਕ ਜੰਗਲ ਆਇਆ। ਬਣ ਦਾ ਅਰਥ ਬਾਂਦਰ ਵੀ ਹੁੰਦਾ ਹੈ, ਬਣ ਦਾ ਅਰਥ ਜੰਗਲ ਵੀ ਹੁੰਦਾ ਹੈ। ਜੰਗਲੀ ਮਨੁੱਖ ਜੋ ਬਾਂਦਰ ਜਾਤੀ ਵਰਗੇ ਸਨ ਬਿਲਕੁਲ, ਉਹਨਾਂ ਦੀ ਜਿਹੜੀ ਕਿਰਿਆ ਪਸ਼ੂਆਂ ਸਮਾਨ ਸੀ, ਉਂਝ ਉਹ ਪਸ਼ੂਆਂ ਤੋਂ ਥੋੜ੍ਹੀ ਉੱਚ ਜਿਹੜੀ ਬੁੱਧੀ ਰੱਖਦੇ ਸਨ। ਕੁਝ ਕੁ ਸਿਆਣੇ ਵੀ ਸੀ। ਜਦੋਂ ਉਸ ਜੰਗਲ ਵਿੱਚ ਗਏ ਹੈ, ਉਹਨਾਂ ਦੀ ਇੱਕ ਡਾਰ ਵੇਖੀ ਢਾਣੀ। ਸਤਿਗੁਰਾਂ ਨੂੰ ਵੇਖ ਕੇ ਤੇ ਉਹ ਸਾਰੇ ਨੱਠ ਭੱਜ ਗਏ, ਇੱਕ ਨਹੀਂ ਉੱਥੋਂ ਗਿਆ। ਭਾਈ ਮਰਦਾਨਾ ਜੀ ਵੇਖ ਕੇ ਕਹਿਣ ਲੱਗੇ, ਮਹਾਰਾਜ ਆ ਕੀ ਬਲਾਵਾਂ ਭੱਜੀਆਂ ਫਿਰਦੀਆਂ ਇੱਥੇ, ਇਹਨਾਂ ਨੂੰ ਵੇਖ ਕੇ ਮੈਨੂੰ ਤੇ ਬਹੁਤ ਡਰ ਲੱਗ ਰਿਹਾ ਹੈ। ਗੁਰੂ ਸਾਹਿਬ ਜੀ ਕਹਿੰਦੇ, ਭਾਈ ਮਰਦਾਨਾ ਡਰਨਾ, ਇਹ ਤੇ ਜੰਗਲੀ ਮਨੁੱਖ ਹਨ ਅਤੇ ਇਹ ਤੇਰੇ ਤੋਂ ਡਰ ਰਹੇ ਹੈ। ਵੇਖ ਤੇਰੇ ਸਾਹਮਣੇ ਸਾਰੇ ਨੱਠ ਭੱਜ ਗਏ ਹੈ। ਫਿਰ ਉਸ ਵੇਲੇ ਭਾਈ ਬਾਲਾ ਜੀ ਨੇ ਇੱਕ ਜਿਹੜਾ ਖਲੋਤਾ ਹੋਇਆ ਸੀ, ਉਹ ਜੰਗਲੀ ਜੀਵ, ਜੰਗਲੀ ਮਨੁੱਖ, ਉਹਨੂੰ ਕਿਹਾ ਵੀ ਤੂੰ ਆਪਣੀ ਕਥਾ ਕਹਿ, ਆਪਣੀ ਕਹਾਣੀ ਦੱਸ, ਤੂੰ ਕੌਣ ਹੈ। ਉਸ ਨੇ ਕੋਈ ਚੀਕ ਜੀ ਮਾਰੀ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਭਾਈ ਬਾਲਾ ਕਹਿਣ ਲੱਗੇ ਵੀ ਸਤਿਗੁਰੂ ਜੀ, ਇਹਨਾਂ ਦੇ ਜਿਹੜੇ ਅੰਗ ਪ੍ਰਤੰਗ ਤੇ ਬਿਲਕੁਲ ਸਾਡੇ ਵਰਗੇ ਹੀ ਹੈ। ਫਿਰ ਚੰਗੇ ਬਚਨ ਜਿਵੇਂ ਅਸੀਂ ਬੋਲਦੇ ਹਾਂ, ਉਸ ਤਰ੍ਹਾਂ ਇਹ ਕਿਉਂ ਨਹੀਂ ਬੋਲਦੇ, ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਇਸੇ ਤਰ੍ਹਾਂ ਹੀ ਬੋਲਦੇ ਹਨ, ਚੀਕ ਜੀ ਮਾਰ ਕੇ, ਸਾਡੇ ਵਾਂਗ ਨਹੀਂ ਇਹ ਜਿਹੜਾ ਭਜਨ ਕਰਦੇ। ਫਿਰ ਉਹ ਜਿਹੜਾ ਹੈ ਖਲੋਤਾ ਹੋਇਆ ਸੀ ਜੰਗਲੀ ਮਨੁੱਖ, ਉਸੇ ਵੇਲੇ ਚਲਾ ਗਿਆ। ਬੜੇ ਮਿੱਠੇ ਮਿੱਠੇ ਫਲ ਲੈ ਕੇ ਆਇਆ ਅਤੇ ਗੁਰੂ ਸਾਹਿਬ ਜੀ ਦੇ ਅੱਗੇ ਲਿਆ ਰੱਖੇ। ਅਤੇ ਇਸ ਤਰ੍ਹਾਂ ਰੱਖ ਕੇ ਇਸ਼ਾਰਾ ਜਿਹਾ ਕਰਕੇ ਥੋੜ੍ਹਾ ਪਿੱਛੇ ਹੋ ਕੇ ਤੇ ਆਪਣੀ ਢਾਣੀ ਨਾਲ ਹੀ ਜਾ ਮਿਲਿਆ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਫਲ ਛਕਾਏ ਆਪਣੇ ਹੱਥਾਂ ਨਾਲ ਦੇ ਕੇ। ਜਦੋਂ ਖਾਧੇ ਬੜੀ ਸਲਾਹਤਾ ਕੀਤੀ ਹੈ ਭਾਈ ਮਰਦਾਨਾ ਜੀ ਨੇ। ਉਹਨਾਂ ਨੂੰ ਨਿਹਾਲ ਕਰਕੇ ਗੁਰੂ ਸਾਹਿਬ ਜੀ ਅੱਗੇ ਚਲੇ ਗਏ, ਜਿੱਥੇ ਬਹੁਤ ਤਕੜਾ ਜੰਗਲ ਆ ਗਿਆ, ਸੰਘਣੀ ਉਜਾੜ, ਪਰ ਉੱਥੇ ਜਿਹੜੇ ਰੁੱਖ ਸਾਰੇ ਫਲਦਾਰ, ਫਲਾਂ ਫੁੱਲਾਂ ਨਾਲ ਭਰੇ ਹੋਏ ਦਰਖਤ, ਇੱਕ ਵੀ ਪਸ਼ੂ ਪੰਛੀ ਨਹੀਂ ਸੀ ਦਿਖਦਾ। ਜਦੋਂ ਕੁਝ ਕੁ ਸਮਾਂ ਬੈਠਿਆਂ ਉੱਥੇ ਹੋ ਗਿਆ, ਭਾਈ ਮਰਦਾਨਾ ਜੀ ਨੇ ਕਿਹਾ ਕਿ ਸਤਿਗੁਰੂ ਜੀ ਆਪ ਆਗਿਆ ਦਿਓ, ਮੈਂ ਫਲ ਜਿਹੜੇ ਲੱਗੇ ਖਾ ਪੀ ਲਵਾਂ, ਰੱਜ ਪੁੱਜ ਜਾਵਾਂਗਾ, ਬੜਾ ਭੁੱਖਾ ਹਾਂ ਕਿੰਨੇ ਦਿਨਾਂ ਦਾ। ਮਹਾਰਾਜ ਕਹਿੰਦੇ ਵੀ ਤੂੰ ਫਲ ਜਿਹੜੇ ਵੇਖ ਚੰਗੇ ਨਾ ਜਾਣ, ਇਹ ਦਰਖਤਾਂ ਨੂੰ ਵੇਖ ਕੇ, ਇਹ ਜੰਗਲ ਬਹੁਤ ਭਿਆਨਕ ਹੈ। ਭਾਈ ਮਰਦਾਨਾ ਜੀ ਤੇ ਬੈਠ ਭਾਵੇਂ ਗਏ, ਬੜਾ ਗੁੱਸਾ ਜਿਹਾ ਇਸ ਗੱਲ ਦਾ। ਗੁੱਸੇ ਵਿੱਚ ਆ ਕੇ ਤੇ ਗੁਰੂ ਸਾਹਿਬ ਜੀ ਨੂੰ ਜਿਹੜੇ ਨਹੀਂ ਬੋਲਣ ਵਾਲੇ ਬਚਨ ਸੀ ਉਹ ਬੋਲਣ ਲੱਗ ਪਏ। ਫਿਰ ਬਿਨਾਂ ਆਗਿਆ ਤੋਂ ਚਲੇ ਗਏ। ਉਹ ਫਲ ਖਾਧੇ, ਬੜੇ ਮਿੱਠੇ ਮਿੱਠੇ ਲੱਗੇ ਆ, ਅਤੇ ਖਾਂਦਿਆਂ ਖਾਂਦਿਆਂ ਹੀ ਹੋਰ ਲਾਲਚ ਜਿਹਾ ਲੱਗ ਗਿਆ ਹੈ ਵੀ ਮੈਂ ਹੋਰ ਖਾ ਲਵਾਂ। ਅਗਾਂਹ ਹੀ ਜੰਗਲ ਵਿੱਚ ਚਲੇ ਗਏ। ਉੱਥੇ ਅਗਲੇ ਪਾਸੇ ਇੱਕ ਜਿਹੜਾ ਬੜਾ ਭਿਆਨਕ ਹੀ ਦੈਂਤ ਸੀ, ਜਿੰਨੇ ਆ 200 ਕੋਹ ਤੱਕ, ਇੱਥੇ ਸਹੰਸਰ ਲਿਖਿਆ, ਸਹੰਸਰ ਦਾ ਅਰਥ 1000 ਵੀ ਹੁੰਦਾ ਹੈ, 100 ਵੀ ਹੋ ਜਾਂਦਾ ਹੈ। 200 ਕੋਹ ਤੱਕ ਉਹਨੇ ਕੋਈ ਨਹੀਂ ਸੀ ਛੱਡਿਆ ਜੀਵ, ਨਾ ਕੋਈ ਹਾਥੀ, ਨਾ ਕੋਈ ਹਿਰਨ, ਛੋਟੇ ਮੋਟੇ ਜੀਵ ਜੰਤੂ ਸਾਰੇ ਖਾ ਲਏ, ਅਤੇ ਮਨੁੱਖ ਦੇ ਬਹੁਤ ਦੂਰ ਦੀ ਗੱਲ ਸੀ। ਉੱਥੇ ਜਿਹੜਾ ਹੈ ਭਾਈ ਮਰਦਾਨਾ ਜੀ ਚਲੇ ਗਏ। ਫਿਰ ਉਹ ਦੈਂਤ ਨੇ ਜਿਵੇਂ ਆ ਕੇ ਭਾਈ ਮਰਦਾਨਾ ਜੀ ਨੂੰ ਖਾ ਲਿਆ, ਮੂੰਹ 'ਚ ਪਾ ਲਿਆ,
ਉਹ ਪ੍ਰਸੰਗ ਅੱਜ ਆ ਰਹੇ ਆਪਾਂ ਸਰਵਣ ਕਰੀਏ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਰ ਸਮਾਨ ਜਿਹ ਦੇਹ ਕਰਾਲਾ। ਇਹ ਜਿਹੜਾ ਦੈਂਤ ਸੀ ਬਹੁਤ ਭਿਆਨਕ, ਜਿਨੇ ਜੰਗਲ ਵਿੱਚ ਕੋਈ ਜੀਵ ਨਹੀਂ ਛੱਡਿਆ, ਸਭ ਖਾ ਪੀ ਲਏ ਸਨ। ਸੁੰਨਸਾਨ ਐ ਛਾਈ ਪਈ ਸੀ ਉਹ ਜੰਗਲ ਵਿੱਚ, ਤੇ ਇਹ 2 ਕੋਹ ਤੇ ਉੱਚਾਈ ਸੀ, ਇੰਨਾ ਤਗੜਾ। ਇਸ ਤਰ੍ਹਾਂ ਜਿਹੜਾ ਦੈਂਤ ਹੈ ਪਹਾੜ ਦੇ ਸਮਾਨ, ਜਿਹਦੀ ਦੇਹ ਬੜੀ ਭਿਆਨਕ ਸੀ, ਡਰਾਉਣੀ। ਬੈ ਕੋਸ ਲੋ ਬਾਹੋ ਵਿਸਾਲਾ। 2 ਕੋਹਾਂ ਤੱਕ ਇਹਦੀਆਂ ਜਿਹੜੀਆਂ ਬਾਹਾਂ ਬੜੀਆਂ ਤਕੜੀਆਂ ਫੈਲੀਆਂ ਹੋਈਆਂ ਸਨ। ਸਿਰ ਪਰ ਸ਼੍ਰਿੰਗ ਖਜੂਰ ਸਮਾਨਾ। ਸਿਰ ਦੇ ਉੱਪਰ ਜਿਹੜੇ ਸਿੰਘ ਉਹ ਜਿਵੇਂ ਖਜੂਰ ਦੇ ਦਰਖਤ ਹੁੰਦੇ ਬੜੇ ਬੜੇ ਲੰਮੇ, ਇਵੇਂ ਸਿੰਘ ਬੜੇ ਲੰਮੇ ਸਨ। ਕੰਦਰ ਸੀ ਨਾਸ ਪਰਮਾਨਾ। ਜਿਹੜਾ ਇਹਦਾ ਨੱਕ, ਇਹਦੀਆਂ ਨਾਸਾਂ ਸਨ ਉਹ ਤੇ ਪਹਾੜ ਦੀਆਂ ਗੁਫਾਵਾਂ ਵਰਗੀਆਂ, ਜਿਵੇਂ ਪਹਾੜਾਂ ਵਿੱਚ ਗੁਫਾ ਹੁੰਦੀਆਂ ਹਨੇਰੇ ਵਾਲੀਆਂ, ਗੁਫਾ ਵਰਗੀਆਂ ਨਾਸਾਂ ਨੱਕ ਸੀ ਇਹਦੀਆਂ। ਚਾਟਤ ਓਸਕ ਸ਼ੁਦਾ ਮਹਾਨਾ। ਜਿਸ ਦੈਂਤ ਨੂੰ ਬੜੀ ਭੁੱਖ ਲੱਗੀ ਹੋਈ ਸੀ, ਭੁੱਖਾ ਹੋਣ ਕਰਕੇ ਬੁੱਲ੍ਹ ਜੇ ਚੱਟਦਾ ਹੈ। ਤਿਹ ਨਾ ਦੇਖਾ ਜਬ ਮਰਦਾਨਾ। ਉਸ ਦੈਂਤ ਨੇ ਜਦੋਂ ਭਾਈ ਮਰਦਾਨੇ ਨੂੰ ਦੇਖਿਆ ਵੀ ਆਹ ਕੌਣ ਜਿਹੜਾ ਬੜੀ ਛੇਤੀ ਨਾਲ ਫਲ ਖਾਈ ਜਾਂਦਾ ਰੱਜ ਪੁੱਜ ਕੇ। ਤੂਰਨ ਗਹਿ ਕਰ ਤਬ ਨਿਜ ਪਾਨਾ। ਉਹ ਇਸ ਦੈਂਤ ਨੇ ਉਸੇ ਵੇਲੇ ਬੜੀ ਛੇਤੀ ਆਪਣੇ ਹੱਥਾਂ ਵਿੱਚ ਭਾਈ ਮਰਦਾਨੇ ਨੂੰ ਫੜ ਕੇ ਮੁਖ ਮਹਿ ਖਾਵਾ ਕੌਰ ਸਮਾਨਾ। ਐਵੇਂ ਮੁਖ ਵਿੱਚ ਖਾਵਾ ਦੀ ਜਗ੍ਹਾ ਪਾਵਾ ਪਾਠ ਸ਼ੁੱਧ ਹੈ, ਵੀ ਮੁਖ ਵਿੱਚ ਇਸਨੇ ਪਾਇਆ ਹੈ ਕੌਰ ਸਮਾਨਾ, ਬੁਰਕੀ ਵਾਂਗ। ਜਿਵੇਂ ਆਪਾਂ ਹੱਥ ਵੇ ਨਾ ਬੁਰਕੀ ਜੀ ਤੋੜ ਕੇ ਮੁਖ ਵਿੱਚ ਪਾ ਲੈਂਦੇ ਹਾਂ ਤੇ ਖਾਂਦੇ ਹਾਂ ਰੋਟੀ ਨੂੰ, ਇਸ ਤਰ੍ਹਾਂ ਇਹਨੇ ਭਾਈ ਮਰਦਾਨੇ ਨੂੰ ਚੁੱਕ ਕਰਕੇ ਮੁਖ ਵਿੱਚ ਖਾਣ ਲਈ ਪਾ ਲਿਆ ਬੁਰਕੀ ਸਮਾਨ। ਭਇਓ ਤਰਾਸ ਮੁਖ ਬੋਲ ਨਾ ਆਇਓ। ਭਾਈ ਮਰਦਾਨਾ ਦੇ ਬਹੁਤ ਡਰ ਗਿਆ ਹੈ, ਡਰਿਆ ਹੋਇਆ ਮੁਖੋਂ ਕੁਝ ਬੋਲ ਨਹੀਂ ਆਇਆ, ਬੋਲਿਆ ਹੀ ਨਹੀਂ ਗਿਆ। ਸ੍ਰੀ ਨਾਨਕ ਮਨ ਮਾਹੇ ਧਿਆਇਓ। ਪਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਨ ਵਿੱਚ ਧਿਆਉਣ ਲੱਗ ਪਏ ਹੈ। ਕਰੀਏ ਰੱਛਾ ਸ੍ਰੀ ਗੁਰੂ ਪੂਰਨਾ। ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਰਿਪੂਰਨ ਮਹਾਰਾਜ, ਮੈਂ ਫਸ ਗਿਆ, ਮੇਰੀ ਰੱਖਿਆ ਕਰੀਏ। ਜਿਉ ਗਜਰਾਜ ਉਧਾਰਿਓ ਤੂਰਨਾ। ਜਿਵੇਂ ਆਪ ਜੀ ਨੇ ਭਗਵਾਨ ਰੂਪ ਹੋ ਕੇ ਤੇ ਗਜਰਾਜ ਜੋ ਹਾਥੀ ਸੀ ਹਰ ਹਰ ਖੇਤਰ ਵਿੱਚ, ਤੇ ਉਸ ਨੂੰ ਬਚਾਇਆ ਸੀ। ਉਹ ਤੰਦੂਏ ਨੇ ਜਿਹੜੀਆਂ ਆਪਣੀਆਂ ਤਾਰਾਂ ਜੀਆਂ ਪਾ ਕੇ ਤੇ ਹਾਥੀ ਨੂੰ ਜਕੜ ਲਿਆ ਸੀ, ਖਿੱਚਦਾ ਸੀ ਪਾਣੀ ਵਿੱਚ। ਹਾਥੀ ਨੇ ਜਦੋਂ ਪੁਕਾਰ ਕੀਤੀ ਤੇ ਉਹ ਹਾਥੀ ਨੂੰ ਪਰਮੇਸ਼ਰ ਨੇ ਛੁਡਾਇਆ। ਉਸ ਵੇਲੇ ਸੁਦਰਸ਼ਨ ਚੱਕਰ ਛੱਡ ਕੇ ਤੰਦੂਏ ਦੀਆਂ ਜਿਹੜੀਆਂ ਤਾਰਾਂ ਤੋੜ ਦਿੱਤੀਆਂ ਸਨ, ਵੱਢ ਦਿੱਤੀਆਂ। ਹੇ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ, ਜਿਵੇਂ ਆਪ ਜੀ ਨੇ ਬੜੀ ਛੇਤੀ ਨਾਲ ਪਹਿਲਾਂ ਵੀ ਹਾਥੀ ਦੇ ਜਿਹੜੇ ਤੰਦੂਏ ਨੇ ਪਾਈਆਂ ਹੋਈਆਂ ਤਾਰਾਂ ਕੱਢ ਦਿੱਤੀਆਂ ਸੀ, ਬਚਾਇਆ ਸੀ। ਹੇ ਪ੍ਰਭ ਮੈਂ ਅਜਾਨ ਮਤ ਮੂਢਾ। ਹੇ ਗੁਰੂ ਨਾਨਕ ਸਾਹਿਬ ਪ੍ਰਭੂ ਜੀ, ਮੈਂ ਤੇ ਅਜਾਨ, ਅਕਲ ਮਤ ਦਾ ਵੀ ਮੂਰਖੀਆਂ ਬੜਾ ਤਗੜਾ। ਕਹੇ ਕੋ ਬਚਨਾ ਮੋਹ ਅਰੁਡਾ। ਜਿਹੜਾ ਪਰਿਵਾਰ ਦੇ ਮੋਹ ਵਿੱਚ ਫਸ ਕੇ ਅਗਿਆਨ ਵਿੱਚ ਤੁਹਾਨੂੰ ਖੋਟੇ ਜਿਹੇ ਬਚਨ ਕਹਿ ਦਿੱਤੇ ਆ ਵੀ ਆਪ ਤੇ ਤੁਸੀਂ ਉਜੜੇ ਹੋਏ, ਮੈਨੂੰ ਵੀ ਉਜਾੜ ਦਿੱਤਾ ਹੈ,
ਚੰਗਾ ਭਲਾ ਸੁੱਖ ਨਾ ਰਹਿੰਦਾ ਸੀ ਘਰ ਵਿੱਚ। ਬਿਰਧ ਸੰਭਾਰਹੁ ਆਪਣਾ ਕਿਰਪਾਲਾ। ਮਹਾਰਾਜ ਉਹ ਬਚਨ ਜਿਹੜੇ ਆ ਉਹ ਨਾ ਵਿਚਾਰੋ, ਆਪਣਾ ਜੋ ਕਿਰਪਾਲਤਾ ਕਰਨ ਵਾਲਾ ਬਿਰਧ ਧਰਮ ਹੈ ਉਹੀਓ ਸੰਭਾਲੋ। ਮੁਝੈ ਮੁਚਾਵਹੁ ਦੈਤ ਵਿਸਾਲਾ। ਇਹ ਜਿਹੜਾ ਦੈਂਤ ਬੜਾ ਤਗੜਾ ਹੈ, ਇਹਦੇ ਤੋਂ ਮੈਨੂੰ ਛਡਾਓ, ਇਹਦੇ ਤੋਂ ਮੈਨੂੰ ਬਚਾ ਲਓ ਜੀ। ਕਹੇ ਕੁਬੈਨ ਨਾ ਔਰ ਮੈਂ ਧਰਿਏ। ਜਿਹੜੇ ਮੈਂ ਖੋਟੇ ਬਚਨ ਆਪ ਜੀ ਨੂੰ ਕਹੇ ਆ, ਉਹ ਗੁੱਸੇ ਵਿੱਚ ਆ ਕੇ ਉਹ ਨਾ ਮੇਰੇ ਹਿਰਦੇ ਵਿੱਚ ਧਾਰੀਏ, ਉਹ ਨਾ ਲਿਆਈਏ ਜੀ। ਦੀਨ ਬੰਦ ਨਿਜ ਨਾਮ ਵਿਚਰੀਏ। ਜਿਹੜਾ ਤੁਹਾਡਾ ਨਾਮ ਹੈ ਵੀ ਦੀਨਾਂ ਦੇ ਬੰਧੂ ਹੈ, ਪਿਆਰੇ ਰਿਸ਼ਤੇਦਾਰ, ਉਹ ਨਾਮ ਵਿਚਾਰੀਏ ਆਪਣਾ। ਸੰਗ ਲਿਏ ਕੀ ਰਾਖੋ ਲਾਜਾ। ਫਿਰ ਤੁਸੀਂ ਮੈਨੂੰ ਨਾਲ ਵੀ ਲੈ ਕੇ ਆਏ ਹੋ, ਉਹ ਨਾਲ ਲਏ ਇਹਦੀ ਵੀ ਲਾਜ ਇੱਜ਼ਤ ਅਬਰੂ ਰੱਖੋ ਜੀ। ਤੁਮ ਹੋ ਤੀਨਾ ਲੋਕ ਸਿਰ ਤਾਜਾ। ਤੁਸੀਂ ਮਹਾਰਾਜ ਇੱਕ ਲੋਕ ਦੇ ਥੋੜਾ, ਤੁਸੀਂ ਦੇ ਤਿੰਨਾਂ ਲੋਕਾਂ ਦੇ ਸਰਤਾਜ ਹੋ, ਸ਼੍ਰੋਮਣੀ ਹੋ, ਸਭ ਤੋਂ ਤਿੰਨਾਂ ਲੋਕਾਂ ਵਿੱਚ ਤੁਹਾਡੀ ਹੀ ਚੱਲਦੀ ਹੈ। ਸਰਬ ਬਿਰਤਾਂਤ ਜਾਨ ਗੁਰ ਲੀਨੋ। ਇੱਧਰ ਗੁਰੂ ਨਾਨਕ ਦੇਵ ਅੰਤਰਜਾਮੀ ਸਤਿਗੁਰਾਂ ਨੇ ਸਾਰਾ ਜਿਹੜਾ ਇਹ ਬਿਰਤਾਂਤ ਪ੍ਰਸੰਗ ਜਾਣ ਲਿਆ ਹੈ। ਦੈਤ ਰਤਨ ਤੇ ਰਾਖਨ ਕੀਨੋ। ਜਿਸ ਕਰਕੇ ਵੀ ਭਾਈ ਮਰਦਾਨਾ ਧਿਆਰਿਆ ਹੈ, ਉਹ ਦੈਂਤ ਦੇ ਵਿੱਚ ਡਿੱਗਾ ਹੋਇਆ, ਤੇ ਜਿਹੜਾ ਦੈਂਤ ਹੈ ਉਹ ਰਾਖਸ਼ ਉਹਦੇ ਦੰਦਾਂ ਤੋਂ ਰੱਖ ਲਿਆ। ਮਹਾਰਾਜ ਨੇ ਵੀ ਦੰਦਾਂ ਥੱਲੇ ਨਹੀਂ ਆਉਣ ਦਿੱਤਾ। ਗਇਓ ਉਦਰ ਮਹਿ ਬਨਾ ਬਨਾਇਆ। ਭਾਈ ਮਰਦਾਨਾ ਬਣਿਆ ਬਣਾਇਆ ਸਬੂਤੀ ਦਾ ਸਬੂਤਾ ਹੀ ਉਸ ਰਾਖਸ਼ ਦੇ ਪੇਟ ਵਿੱਚ ਜਾ ਡਿੱਗਾ ਹੈ। ਦੁਸ਼ਟ ਰਦਨ ਕੋ ਸ਼ੋਹਨ ਨਾ ਪਾਇਓ। ਇਹ ਜਿਹੜਾ ਦੁਸ਼ਟ ਦੈਂਤ ਹੈ, ਰਾਖਸ਼ ਹੈ, ਇਹਦੇ ਜਿਹੜੇ ਭੈੜੇ ਜੇ ਦੰਦ ਹੈ, ਗੰਦੇ ਜੇ, ਉਹ ਨਹੀਂ ਛੂਹਣੇ ਪਾਏ। ਜੋ ਨਰ ਕੇ ਘਰ ਦਾਨਾ ਜਾਈ। ਜਿਵੇਂ ਆ ਕੋਈ ਮਨੁੱਖ ਦੇ ਅੰਦਰ ਅਨਾਜ ਦਾ ਦਾਣਾ ਸਬੂਤੇ ਦਾ ਸਬੂਤਾ ਹੀ ਗਲ ਵਿੱਚ ਚਲਿਆ ਜਾਂਦਾ ਹੈ। ਗਇਓ ਉਲੰਘ ਤਿਸੀ ਕੀ ਨਿਆਈ। ਉਸ ਦਾਣੇ ਅਨਾਜ ਦੇ ਦਾਣੇ ਦੀ ਨਿਆਈ ਭਾਈ ਮਰਦਾਨਾ ਸਬੂਤੇ ਦਾ ਸਬੂਤਾ ਹੀ ਰਾਖਸ਼ ਅੰਦਰ ਲੰਘ ਗਿਆ ਹੈ। ਕੌਣ ਬੋਲੇ ਮੁਝ ਸੰਗ ਕਿਰਪਾਲਾ। ਭਾਈ ਬਾਲਾ ਜੀ ਕਹਿੰਦੇ ਆ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਫਿਰ ਇਸ ਤਰ੍ਹਾਂ ਅੰਤਰਜਾਮੀ ਗੁਰੂ ਨਾਨਕ ਸਾਹਿਬ ਜੀ ਮੇਰੇ ਨਾਲ ਬੋਲੇ, ਕਿਰਪਾਲੂ ਸਤਿਗੁਰੂ ਜੀ। ਬੈਠਾ ਰਹੋ ਇਹ ਠਾ ਤੂੰ ਬਾਲਾ। ਇਹ ਭਾਈ ਬਾਲਾ ਤੂੰ ਆ ਕੁਝ ਸਮਾਂ ਇੱਥੇ ਬੈਠਾ ਰਹੋ। ਮਰਦਾਨੇ ਕੋ ਦੈਤ ਗਹਾਨਾ। ਜੋ ਆਪਣਾ ਸਾਥੀ ਮਰਦਾਨਾ ਹੈ, ਉਸ ਨੂੰ ਤੇ ਦੈਂਤ ਨੇ ਫੜ ਲਿਆ, ਰਾਖਸ਼ ਨੇ। ਉਦਰ ਵਿਖਿਆ ਤੇ ਨਾ ਲੀਨ ਲੰਘਾਨਾ। ਤੇ ਆਪਣੇ ਪੇਟ ਵਿੱਚ ਆ ਸਬੂਤੇ ਦਾ ਸਬੂਤਾ ਹੀ ਲੰਘਾ ਲਿਆ, ਸੁੱਟ ਲਿਆ ਹੈ ਪੇਟ ਵਿੱਚ। ਜਾਏ ਸ਼ਰਾਵੈ ਅਬ ਤਿਹ ਤਾਈ। ਹੁਣ ਮਰਦਾਨੇ ਦੇ ਤਾਈ ਅਸੀਂ ਜਾਵਾਂਗੇ ਤੇ ਉਸ ਨੂੰ ਛੁਡਾਈਏ, ਛੁਡਾਉਣਾ ਕਰਾਂਗੇ। ਘਟ ਇੱਕ ਮੈਂ ਤੂੰ ਆਓ ਤਹਾਹੀ। ਅੱਜ ਜਦੋਂ ਇੱਕ ਘੜੀ ਲੰਘ ਗਈ, ਬੀਤ ਗਈ, ਤੇ ਭਾਈ ਬਾਲਾ ਤੂੰ ਹੀ ਉੱਥੇ ਆ ਜਾਵੀਂ ਜਿੱਥੇ ਅਸੀਂ ਹੋਵਾਂਗੇ। ਅਸ ਕਹਿ ਮੁਝ ਬੇਦੀ ਕੁਲ ਦੀਪਾ। ਭਾਈ ਬਾਲਾ ਜੀ ਕਹਿੰਦੇ ਵੀ ਇਸ ਤਰ੍ਹਾਂ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਰੂਪ ਗੁਰੂ ਸਾਹਿਬ ਜੀ ਮੈਨੂੰ ਕਹਿ ਕਰਕੇ ਗਮਨੇ ਰਾਖਸ ਕੇਰ ਸਮੀਪਾ। ਜਿੱਥੇ ਉਹ ਰਾਖਸ਼ ਨੇ ਭਾਈ ਮਰਦਾਨੇ ਨੂੰ ਖਾ ਲਿਆ ਸੀ, ਉਹਦੇ ਨੇੜੇ ਪਹੁੰਚ ਗਏ, ਮਹਾਰਾਜ ਚਲੇ ਗਏ। ਦਾਸ ਬਚਾਵਨ ਹਿਤ ਗੁਰ ਪੂਰਨ। ਜੋ ਪੂਰਨ ਗੁਰੂ ਹੈ ਗੁਰੂ ਨਾਨਕ ਸਾਹਿਬ ਜੀ ਵੀ ਮਰਦਾਨਾ ਸਾਡਾ ਦਾਸ ਸੇਵਕ ਹੈ, ਉਹਨੂੰ ਬਚਾਉਣਾ ਹੈ, ਬਚਾਉਣ ਵਾਸਤੇ। ਦਈ ਦਿਖਾਈ ਦੈਤ ਹਤੂਰਨ। ਉਸ ਦੈਂਤ ਨੂੰ ਬੜੀ ਛੇਤੀ ਨਾਲ ਜਾ ਕੇ ਦਿਖਾਈ ਦਿੱਤੀ ਹੈ। ਸ੍ਰੀ ਨਾਨਕ ਗਹਿ ਲੀਨ ਤਾਹੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਗਏ, ਇਹ ਦੈਂਤ ਬੜਾ ਖੁਸ਼ ਹੋ ਗਿਆ ਵੀ ਇੱਕ ਹੋਰ ਆ ਗਿਆ। ਉਸੇ ਵੇਲੇ ਫੜ ਲਿਆ ਹੈ ਗੁਰੂ ਸਾਹਿਬ ਜੀ ਨੂੰ। ਕਰ ਉਚਾਏ ਪਾਏ ਮੁਖ ਮਾਹੀ। ਆਪਣੇ ਹੱਥ ਨਾਲ ਉੱਚਾ ਜਿਹਾ
ਚੁੱਕ ਕਰਕੇ ਸਤਿਗੁਰ ਜੀ ਨੂੰ ਮੁਖ ਵਿੱਚ ਪਾ ਲਿਆ ਭਾਈ ਮਰਦਾਨੇ ਵਾਂਗ। ਉਦਰ ਵਿਖੈ ਪਹੁੰਚੇ ਗੁਰੂ ਜਬਹੀ। ਜਦੋਂ ਇਹ ਗੁਰੂ ਨਾਨਕ ਸਾਹਿਬ ਜੀ ਦੇ ਪੇਟ ਵਿੱਚ ਜਾ ਪਹੁੰਚੇ ਦੈਂਤ ਦੇ, ਮਿਲਤ ਭਇਓ ਮਰਦਾਨਾ ਤਬਹੀ। ਭਾਈ ਮਰਦਾਨਾ ਇੱਕ ਪਾਸੇ ਗੁੱਠਾਂ ਜੀ ਲਾ ਕੇ ਬੈਠਾ ਹੋਇਆ ਸੀ ਤੇ ਗੁਰੂ ਸਾਹਿਬ ਜੀ ਨੂੰ ਵੇਖ ਕੇ ਮਿਲਣ ਲਈ ਭੱਜ ਕੇ ਆਇਆ ਹੈ ਗਾਂ ਨੂੰ। ਕਹੇ ਬਚਨ ਤਿਹ ਧੀਰਜ ਦੀਨੀ। ਗੁਰੂ ਸਾਹਿਬ ਜੀ ਨੇ ਮਰਦਾਨਾ ਜੀ ਨੂੰ ਧੀਰਜ ਦਿੱਤੀ ਹੈ ਤੇ ਬਚਨ ਕਹੇ ਵੀ ਮਰਦਾਨਾ ਹੁਣ ਨਹੀਂ ਤੂੰ ਮਰਦਾ, ਆ ਗਏ ਅਸੀਂ। ਕੋਨਾ ਨਿਜ ਦੇਹ ਬਧਾਵਨ ਕੀਨੀ। ਇੰਨਾ ਹੀ ਕਹਿ ਕੇ ਉਸੇ ਵੇਲੇ ਜਿਹੜੀ ਆਪਣੀ ਦੇਹ ਹੈ, ਸਰੀਰ ਹੈ, ਗੁਰੂ ਸਾਹਿਬ ਜੀ ਨੇ ਵਧਾਉਣਾ ਕੀਤਾ ਹੈ। ਉਹ ਰਾਖਸ਼ ਦੇ ਪੇਟ ਵਿੱਚ ਬੈਠਿਆਂ ਬੈਠਿਆਂ ਹੀ ਦ્વੈ ਕੋਸਨ ਲੋ ਦੈਤ ਉਤੰਗਾ। ਇਹ ਜਿਹੜਾ ਦੈਂਤ ਸੀ 2 ਕੋਹ ਤੱਕ ਉੱਚਾ ਸੀ। ਕੋਹ ਜਿਹੜਾ ਹੈ ਕਿਲੋਮੀਟਰ ਨੂੰ ਵੱਡਾ ਹੁੰਦਾ, ਐਵੇਂ ਇਹ ਜਿਹੜਾ ਦੈਂਤ 2 ਕੋਹ ਉੱਚਾ ਹੈ ਸੀ। ਇਤਨਾ ਕਿਓ ਪ੍ਰਭੂ ਨਿਜ ਅੰਗਾ। ਪ੍ਰਭੂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਜਿਹੜਾ ਸਰੀਰ ਹੈ ਇਹ ਵੀ ਇੰਨਾ ਹੀ ਉੱਚਾ ਕਰ ਲਿਆ ਅੰਦਰੇ ਅੰਦਰ ਹੀ। ਜਬ ਤਨ ਫਟਨ ਲੱਗਿਓ ਤਿਹ ਕੇਰੋ। ਜਦੋਂ ਇਹ ਦੈਂਤ ਦਾ ਜਿਹੜਾ ਸਰੀਰ ਪਾਟਣ ਲੱਗਾ, ਆ ਫਟਣ ਲੱਗਾ, ਇੱਕ ਜੋਜਨ ਲੋ ਬਧਿਓ ਬਧੇਰੋ। ਤੰਗ ਜਿਹਾ ਹੋ ਕੇ ਇਹ 1 ਜੋਜਨ ਤੱਕ ਹੋਰ ਵੱਧ ਗਿਆ। 4 ਕੋਹ ਇਹਨੇ ਹੋਰ ਵਧਾ ਲਿਆ ਸਰੀਰ ਆਪਣਾ। ਸ੍ਰੀ ਗੁਰੂ ਬਹੁਤ ਵਧਾਵਾ ਤੇ ਤੋ। ਗੁਰੂ ਸਾਹਿਬ ਜੀ ਹੁਣ ਸ਼ਕਤੀਆਂ ਦੇ ਮਾਲਕ ਹੈ, ਅਨੰਤ ਕਲਾ ਲੈ ਠਾਕੁਰ ਚੜਿਆ। ਆਤਮ ਬਲ ਨਾਲ ਹੀ ਸਤਿਗੁਰ ਜੀ ਨੇ ਵੀ ਆਪਣਾ ਜਿਹੜਾ ਸਰੀਰ ਹੈ 1 ਜੋਜਨ ਹੀ ਵਧਾ ਲਿਆ 4 ਕੋਹ ਤੱਕ। ਰਾਖਸ ਬਿਸਤਰਿਓ ਤਾਨਾ ਜੇਤੋ। ਜਿੰਨਾ ਹੀ ਇਹ ਰਾਖਸ਼ ਨੇ ਸਰੀਰ ਆਪਣਾ ਫੈਲਾਇਆ ਹੋਇਆ ਸੀ ਉਨਾ ਹੀ ਸਤਿਗੁਰ ਜੀ ਨੇ ਵਧਾ ਲਿਆ ਹੈ। ਭਇਓ ਕਸ਼ਟ ਜਬ ਰਾਖਸ ਤਾਈ। ਇਹ ਰਾਖਸ਼ ਦੇ ਤਾਈ ਜਿਹਦੇ ਨੂੰ ਕਸ਼ਟ ਹੋਇਆ, ਔਖਾ ਜਿਹਾ ਹੋਇਆ ਹੈ। ਦ્વੈ ਜੋਜਨਾ ਕੀ ਦੇਹ ਵਧਾਈ। ਇਹਨੇ ਫਿਰ ਜਿਹੜੇ 2 ਜੋਜਨ 8 ਕੋਹ ਤੱਕ ਆਪਣੀ ਦੇਹ ਵਧਾ ਲਈ ਹੈ। ਸ੍ਰੀ ਗੁਰੂ ਤੇ ਤੋ ਤਨ ਬਿਸਤਾਰਾ। ਗੁਰੂ ਨਾਨਕ ਸਾਹਿਬ ਜੀ ਨੇ ਉਹ ਰਾਖਸ਼ ਦੇ ਅੰਦਰ ਹੈ ਸਤਿਗੁਰੂ ਜੀ, ਇਹਨੇ 2 ਜੋਜਨ ਭਾਵ 8 ਕੋਹ ਦੇਹ ਵਧਾ ਲਈ ਹੈ। ਗੁਰੂ ਸਾਹਿਬ ਜੀ ਨੇ ਵੀ ਆਪਣਾ ਉਨਾ ਹੀ ਸਰੀਰ ਦਾ ਫੈਲਾਅ ਕਰ ਲਿਆ, ਵਧਾ ਲਿਆ ਹੈ। ਅੰਤਰ ਭਇਓ ਤਾਹੇ ਦੁਖ ਭਾਰਾ। ਇਸ ਦੇ ਅੰਦਰ ਤੇ ਫਿਰ ਬਹੁਤ ਭਾਰੀ ਦੁੱਖ ਹੋਇਆ ਹੈ, ਬਹੁਤ ਖਿਆਈ ਜੀ ਹੋਣ ਲੱਗੀ ਇਸ ਨੂੰ। 9 ਜੋਜਨ ਲੋ ਦਾਤ ਵਧਾਵਾ। ਇਹ ਵੀ ਬਹੁਤ ਸ਼ਕਤੀਆਂ ਵਾਲਾ ਸੀ, ਜੁਗਾਂ ਜੁਗਾਂ ਦੇ ਉੱਤੇ ਬੈਠਾ ਹੋਇਆ ਸੀ, ਕਰਾਮਾਤ ਹੈ ਸੀ ਇਹਦੇ ਕੋਲ। ਇਹਨੇ ਫਿਰ ਆਪਣਾ 9 ਜੋਜਨ ਤੱਕ ਜਿਹੜਾ ਸਰੀਰ ਵਧਾ ਲਿਆ, ਭਾਵ 36 ਕੋਹ ਤੱਕ ਸਰੀਰ ਵਧਾ ਲਿਆ ਹੈ। ਐਸੋ ਪ੍ਰਭ ਨਿਜ ਦੇਹ ਬਨਾਵਾ। ਗੁਰੂ ਨਾਨਕ ਸਾਹਿਬ ਜੀ ਨੇ ਵੀ ਸਰੀਰ ਆਪਣਾ ਉਸੇ ਤਰ੍ਹਾਂ ਹੀ 9 ਜੋਜਣਾ ਦਾ 36 ਕੋਹ ਤੱਕ ਹੀ ਵਧਾ ਲਿਆ ਹੈ। ਭਏ ਸੁਮੇਰ ਸਮਾਨ ਸੋ ਭਾਰੀ। ਇਸ ਤਰ੍ਹਾਂ ਹੁਣ ਇੱਕ ਤੇ ਦੈਂਤ ਬਹੁਤ ਤਗੜਾ ਹੈ, ਫਿਰ ਅੰਦਰ ਗੁਰੂ ਨਾਨਕ ਸਾਹਿਬ ਜੀ ਵੀ ਉਨੇ ਹੀ ਤਕੜੇ ਹੋ ਗਏ ਹੈ, ਤੇ ਜਿਹਦੇ ਕਰਕੇ ਇੱਕ ਸਮਾਨ ਹੀ ਭਾਰੀਆਂ ਦੋਵੇਂ ਦੇਹਾਂ ਹੋ ਗਈਆਂ, ਜਿਵੇਂ ਸੁਮੇਰ ਪਰਬਤ ਬਹੁਤ ਭਾਰੀ ਹੈ। ਅਸੁਰ ਤਬੈ ਨਿਰਬਲਤਾ ਧਾਰੀ। ਇਹ ਜਿਹੜਾ ਦੈਂਤ ਸੀ ਇਹਨੇ ਫਿਰ ਨਿਰਬਲਤਾ ਜੀ ਧਾਰੀ ਹੈ, ਕਮਜ਼ੋਰੀ ਜੀ ਧਾਰੀ ਹੈ, ਬਲ ਤੋਂ ਰਹਿਤ ਹੋ ਗਿਆ ਹੈ। ਐਵੇਂ ਬਲ ਜਾ ਟੁੱਟ ਗਿਆ ਇਹਦਾ। ਹਾਂਡੇ ਦੇਖਾ ਦੇਵ ਆਕਾਸ਼ਾ। ਉਧਰ ਆਕਾਸ਼ ਵਿੱਚ 33 ਕਰੋੜ ਦੇਵਤੇ ਖੜੇ ਹੋਏ, ਹੱਥ ਜੋੜ ਕੇ ਖੜੇ ਤੇ ਦੇਖ ਰਹੇ ਹਨ। ਸਭ ਹਿਨ ਹਾਹਾਕਾਰ ਪ੍ਰਕਾਸ਼ਾ। ਸਾਰਿਆਂ ਵਿੱਚ ਤੇ ਹਾਹਾਕਾਰ ਪ੍ਰਕਾਸ਼ਾ ਕਹੀਏ ਪ੍ਰਗਟ ਹੋ ਗਈ, ਹਾਹਾਕਾਰ ਮਚ ਗਈ ਆਕਾਸ਼ ਵਿੱਚ। ਵੀ ਇਸ ਨੇ ਦੈਂਤ ਨੇ ਤੇ ਗੁਰੂ ਨਾਨਕ ਸਾਹਿਬ ਪ੍ਰਭੂ ਰੂਪ ਹੈ ਜੋ ਉਹਨਾਂ ਨੂੰ ਖਾ ਲਿਆ ਹੈ। ਦਾਤ ਚਬਾਏ ਗਇਓ ਇਵ ਜਾਣੇ। ਇਵੇਂ ਹੀ ਜਾਣਦੇ ਸਾਰੇ ਦੇਵਤੇ
ਵੀ ਇਸ ਦੈਂਤ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਚਬਾ ਲਿਆ, ਖਾ ਲਿਆ ਹੈ। ਰੱਬ ਕੀ ਮਹਿਮਾ ਤੇ ਅਨਜਾਣੇ, ਕਿਉਂਕਿ ਉਹ ਸਾਰੇ ਦੇਵਤੇ ਭਾਵੇਂ ਭਗਤੀ ਕਰਦੇ ਹੀ ਹੈ, ਜੋ ਪ੍ਰਭੂ ਰੂਪ ਗੁਰੂ ਨਾਨਕ ਸਾਹਿਬ ਜੀ ਹੈ ਉਹਨਾਂ ਦੀ ਮਹਿਮਾ ਤੋਂ ਅਣਜਾਣ ਸਨ। ਦੈਤ ਭਇਓ ਬਿਹਬਲ ਤਬ ਤਾਈ, ਇੱਧਰ ਜਿਹੜਾ ਦੈਂਤ ਹੈ ਉਹ ਤੇ ਬਹੁਤ ਬਿਹਬਲ ਹੋ ਗਿਆ, ਕਮਜ਼ੋਰ ਹੋ ਗਿਆ, ਵਿਆਕਲ ਹੋ ਗਿਆ ਹੈ। ਨਿਜ ਜੀਵਨ ਕੀ ਆਸ ਚੁਕਾਈ, ਆਪਣੇ ਜੀਵਨ ਦੀ ਜਿਹੜੀ ਆਸਾ ਵੀ ਮੈਂ ਜੀਂਦਾ ਰਹਾਂਗਾ, ਉਹ ਆਸਾ ਦੀ ਜੀਣ ਦੀ ਚੁਕਾ ਦਿੱਤੀ ਹੈ। ਬਸਰੇ ਨਾਨਾ ਭਿਆਨਕ ਭਾਰੇ, ਉਸ ਵੇਲੇ ਫਿਰ ਇਹਦੇ ਜਿਹੜੇ ਭਿਆਨਕ ਡਰਾਉਣੇ ਜੇ ਐ ਲਹੂ ਵਰਗੇ ਨੇਤਰ ਅੱਖਾਂ ਸਨ, ਬੜੇ ਭਾਰੇ ਉਹ ਫੈਲ ਗਏ ਐ, ਅੱਖਾਂ ਜੀ ਟੱਡੀਆਂ ਗਈਆਂ ਹਨ ਇਹਦੀਆਂ। ਗਿਰਿਓ ਅਵਨਾ ਪਰ ਖਾਏ ਪਛਾਰੇ, ਧਰਤੀ ਉੱਪਰ ਐਵੇਂ ਭੁਆਂਟਣੀ ਜੀ ਖਾ ਕੇ ਪਛਾਂ ਦਾ ਪਛਾਂ ਹੀ ਡਿੱਗ ਪਿਆ ਇਹ ਦੈਂਤ। ਮਾਨੋ ਬਦਿਓ ਬਿਦਿਆਂਚਲ ਭਾਰੀ, ਮਾਨੋ ਕਿ ਜਿਵੇਂ ਇਹ ਤੇ ਐਵੇਂ ਦੈਂਤ ਵਧਿਆ ਸੀ ਜਿਵੇਂ ਵਿਦਿਆਂਚਲ ਜਿਹੜਾ ਪਹਾੜ ਹੈ ਬੜਾ ਭਾਰੀ ਉਹ ਵਧਿਆ ਸੀ। ਪਰਿਓ ਧਰਨਾ ਪਰ ਗੁਰੂ ਅਗਾਰੀ, ਫਿਰ ਉਹ ਆਪਣੇ ਗੁਰੂ ਅਗਸਤ ਰਿਸ਼ੀ ਦੇ ਚਰਨਾਂ ਉੱਪਰ ਪਿਆ ਸੀ ਤੇ ਧਰਤੀ ਤੇ ਪਿਆ ਰਿਹਾ ਸੀ। ਉਸੇ ਤਰ੍ਹਾਂ ਇਹ ਦੈਂਤ ਜਿਹੜਾ ਬਹੁਤ ਵਧਿਆ ਵਿਦਿਆਂਚਲ ਪਹਾੜ ਵਾਂਗ ਫਿਰ ਧਰਤੀ ਦੇ ਆ ਡਿੱਗਾ, ਉਸੇ ਤਰ੍ਹਾਂ ਹੀ ਜਿਵੇਂ ਉਹ ਵਿਦਿਆਂਚਲ ਪਹਾੜ ਆਪਣੇ ਗੁਰੂ ਦੇ ਚਰਨਾਂ ਵਿੱਚ ਆ ਪਿਆ ਸੀ। ਉਹ ਪੁਰਾਣਾ ਵਿੱਚ ਕਥਾ ਆਉਂਦੀ ਐਵੇਂ ਕਿ ਵਿਦਿਆਂਚਲ ਪਹਾੜ ਬਹੁਤ ਜ਼ਿਆਦਾ ਵੱਧ ਗਿਆ ਸੀ। ਇਹਦਾ ਖਿਆਲ ਸੀ ਕਿ ਜਿਹੜਾ ਸੂਰਜ ਹੈ ਇਹ ਮੇਰੀ ਪਰਿਕਰਮਾ ਕਰੇ, ਮੇਰੇ ਇਰਦ ਗਿਰਦ ਹੀ ਘੁੰਮੇ। ਉੱਧਰ ਜਦੋਂ ਦੇਵਤਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਇਹ ਸੰਸਾ ਹੋ ਗਿਆ ਵੀ ਜੇ ਇਹ ਵਿਦਿਆਂਚਲ ਪਹਾੜ ਬਹੁਤ ਵੱਧ ਗਿਆ ਤੇ ਸੂਰਜ ਜਿਹੜਾ ਹੈ ਫਿਰ ਉਹ ਛੁਪ ਜਾਣਾ ਤੇ ਮਾਤ ਲੋਕ ਤੇ ਵੀ ਹਨੇਰਾ ਹੋ ਜਾਣਾ, ਦੇਵ ਲੋਕ ਵਿੱਚ ਵੀ ਹਨੇਰਾ ਹੋ ਜਾਣਾ। ਇਹ ਤੇ ਬਹੁਤ ਤੰਗੀ ਦੇਗਾ, ਪਰੇਸ਼ਾਨੀ ਹੋਏਗੀ। ਜਿਸ ਕਰਕੇ ਫਿਰ ਉਹਨਾਂ ਇਹਦੇ ਗੁਰੂ ਅਗਸਤ ਰਿਸ਼ੀ ਨੂੰ ਦੱਸਿਆ ਵੀ ਆਪਣੇ ਸੇਵਕ ਦਾ ਕੁਝ ਕਰੋ, ਨਹੀਂ ਤੇ ਇਹਦੇ ਵੱਧਦਾ ਬਹੁਤ ਜਾ ਰਿਹਾ ਤੇ ਮੁਸੀਬਤ ਖੜੀ ਕਰੇਗਾ, ਪਰੇਸ਼ਾਨੀ ਆਏਗੀ ਸਭ ਨੂੰ। ਫਿਰ ਉਹ ਅਗਸਤ ਰਿਸ਼ੀ ਨੇ ਦੇਵਤਿਆਂ ਦੀ ਬੇਨਤੀ ਮੰਨ ਕੇ ਤੇ ਆਪਣੇ ਚੇਲੇ ਵਿਦਿਆਂਚਲ ਨੂੰ ਮੰਗਾਇਆ, ਬੁਲਵਾਇਆ। ਹੁਣ ਜਦੋਂ ਇਹ ਗਿਆ ਫਿਰ ਇਹਨੇ ਆਪਣੇ ਗੁਰੂ ਨੂੰ ਮੱਥਾ ਤੇ ਟੇਕਣਾ ਹੀ ਸੀ। ਜਦੋਂ ਇਹ ਵਿਦਿਆਂਚਲ ਪਹਾੜ ਨੇ ਆਪਣੇ ਗੁਰੂ ਅਗਸਤ ਮੁਨੀ ਨੂੰ ਮੱਥਾ ਟੇਕਿਆ ਤੇ ਉਸ ਵੇਲੇ ਉਹਨੇ ਕਿਹਾ ਵੀ ਹੁਣ ਇੱਥੇ ਧਰਤੀ ਤੇ ਪਿਆ ਰਹੋ। ਆਪਣੇ ਗੁਰੂ ਦਾ ਬਚਨ ਮੰਨ ਕੇ ਫਿਰ ਧਰਤੀ ਤੇ ਪਿਆ ਰਿਹਾ ਚਰਨੀ। ਤੇ ਉਸ ਵੇਲੇ ਦਾ ਹੀ ਕਹਿੰਦੇ ਵੀ ਜਿਹੜਾ ਵਿਦਿਆਂਚਲ ਪਹਾੜ ਹੈ ਜਿੰਨਾ ਹੀ ਉੱਪਰ ਹੈ ਇੰਨਾ ਹੀ ਧਰਤੀ ਦੇ ਵਿੱਚ ਹੈ, ਅੱਧਾ ਉੱਪਰ ਹੈ ਤੇ ਅੱਧਾ ਧਰਤੀ ਵਿੱਚ ਗੱਡਿਆ ਹੋਇਆ, ਇਹਨਾਂ ਦਾ ਮੁੱਢ ਹੈ ਡੂੰਘਾ। ਤੇ ਉਹ ਪਿਆ ਰਿਹਾ ਗੁਰੂ ਦੇ ਚਰਨਾਂ ਦੇ ਵਿੱਚ ਹੀ ਅੱਜ ਤੱਕ, ਹੁਣ ਤੱਕ ਉਸੇ ਤਰ੍ਹਾਂ ਹੀ ਹੈ, ਅੱਧਾ ਉੱਪਰ ਹੈ ਤੇ ਅੱਧਾ ਧਰਤੀ ਵਿੱਚ ਹੈ। ਤੇ ਕਹਿ ਰਿਹਾ ਵੀ ਜਿਸ ਤਰ੍ਹਾਂ ਜਿਹੜਾ ਹੈ ਵਿਦਿਆਂਚਲ ਪਹਾੜ ਬੜਾ ਭਾਰੀ ਵੱਧਦਾ ਜਾਂਦਾ ਸੀ ਵੀ ਸੂਰਜ ਮੇਰੀ ਪਰਿਕਰਮਾ ਕਰੇ, ਇਸੇ ਤਰ੍ਹਾਂ ਇਹ ਦੈਂਤ ਬਹੁਤ ਵੱਧ ਗਿਆ ਸੀ ਤੇ ਇਹ ਧਰਤੀ ਉੱਪਰ ਐਵੇਂ ਆ ਡਿੱਗਿਆ ਹੈ ਜਿਵੇਂ ਗੁਰੂ ਅਗਸਤ ਅੱਗੇ ਵਿਦਿਆਂਚਲ ਪਹਾੜ ਧਰਤੀ ਦੇ ਆ ਪਿਆ ਸੀ। ਇਹ ਕੇ ਤਰੇ ਤਰੋਵਰ ਜੇਤੇ, ਇਸ ਦੈਂਤ ਦੇ ਜਿੱਥੇ ਖੜਾ ਸੀ ਜਦੋਂ ਡਿੱਗਿਆ ਹੈ ਇਹਦੇ ਥੱਲੇ ਜਿੰਨੇ ਵੀ ਆ ਰੁੱਖ ਸਨ, ਦਰਖਤ ਸਨ, ਟੂਟ ਗਏ ਚੂਰਨਾ ਪੇਤੇ ਤੇ, ਉਹ ਸਾਰੇ ਦਰਖਤ ਟੁੱਟ ਕੇ ਚੂਰਨ ਹੋਏ, ਚਕਣਾ ਚੂਰਨ ਹੋ ਗਏ, ਚੂਰਾ ਚੂਰਾ ਹੀ ਹੋ ਗਏ ਸਾਰੇ ਰੁੱਖ। ਸਵਈਆ ਬੰਦ ਭਇਓ ਮੁਖ ਸਵਾਸ ਜਬੈ, ਇਹਦੇ ਮੁਖ ਵਿੱਚ ਜਦੋਂ ਸਵਾਸ ਜੇ ਬੰਦ ਹੋ ਗਏ, ਸਾਹ ਆਉਣੇ, ਅਬ ਦੇਹ ਛੁਟੀ ਤਿਹ ਪ੍ਰਾਨ ਉਡਾਈ, ਤਦੋਂ ਇਹਦੀ ਜਿਹੜੀ ਦੇਹ ਛੁੱਟ ਗਈ ਹੈ, ਪ੍ਰਾਣ ਜਿਹੜੇ ਨਿਕਲ ਗਏ ਹਵਾ ਵਿੱਚ ਉੱਡ ਗਏ ਹਨ। ਭਾਖਤ ਜਾ ਪੁਨ ਜਾ ਸੁਰ ਬਾਸਵ, ਇੱਧਰ ਜੋ ਇੰਦਰ ਦੇਵਤੇ ਦੇ ਸਮੇਤ 33 ਕਰੋੜ ਦੇਵਤੇ ਹੈ
ਉਹ ਮੁਖੋਂ ਕਹਿ ਰਹੇ ਆ ਵੀ ਗੁਰੂ ਨਾਨਕ ਸਾਹਿਬ ਜੀ ਦੀ ਜੈ ਹੋਵੇ, ਗੁਰੂ ਨਾਨਕ ਸਾਹਿਬ ਜੀ ਦੀ ਫਤਿਹ ਹੋਵੇ। ਫੂਲਨ ਕੀ ਬਰਖਾ ਬਰਖਾਈ। ਬੜੇ ਖੁਸ਼ ਹੋਏ ਆ ਵੀ ਗੁਰੂ ਜਿਹੜਾ ਦੈਂਤ ਮਰ ਗਿਆ ਹੈ, ਗੁਰੂ ਨਾਨਕ ਸਾਹਿਬ ਜੀ ਜਿਹੜੇ ਬਚ ਗਏ ਹਨ, ਫੁੱਲਾਂ ਦੀ ਵਰਖਾ ਵਰਸਾਉਂਦੇ ਆ, ਫੁੱਲ ਵਰਸਾਉਂਦੇ ਹਨ ਭਰ ਭਰ ਕੇ ਬੁੱਕ। ਸੰਗ ਲਏ ਮਰਦਾਨਹਿ ਕੋ। ਉਸੇ ਵੇਲੇ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਨਾਲ ਲੈ ਕੇ ਨਿਕਸੇ ਗੁਰੂ ਬਾਹਰ ਐਸ ਸੁਹਾਈ। ਗੁਰੂ ਸਾਹਿਬ ਜੀ ਬਾਹਰ ਨਿਕਲੇ ਆ ਤੇ ਇਸ ਤਰ੍ਹਾਂ ਸੋਭਨੀਕ ਹੋ ਰਹੇ ਐ। ਪੰਨਕ ਦਾਤ ਕੋ ਚੀਰ ਮਨੋ। ਜਿਸ ਤਰ੍ਹਾਂ ਉਹ ਜਿਹੜਾ ਦੈਂਤ ਅਗਾਸੁਰ ਦੈਂਤ ਸੀ, ਹੈ ਤੇ ਉਹ ਅਗਾਸੁਰ ਦੈਂਤ ਤੇ ਸੱਪ ਦਾ ਬੜਾ ਵੱਡਾ ਆਕਾਰ ਬਣਾ ਕੇ ਤੇ ਉਹ ਕ੍ਰਿਸ਼ਨ ਭਗਵਾਨ ਹੁਣ ਨਿਕਲਣ ਗਿਆ ਸੀ ਮਥੁਰਾ ਤੇ ਗੋਕਲ ਵਿੱਚ, ਤੇ ਉਹਨੇ ਸਾਰੇ ਜਿਹੜੇ ਗਵਾਲੇ ਆ, ਗਾਵਾਂ ਚਾਰਨ ਵਾਲੇ, ਗੋਪੀਆਂ ਆਦਿਕ ਸਾਰੇ ਨਿਗਲ ਲਏ ਸਨ ਉਸ ਸੱਪ ਨੇ, ਅਗਾਸੁਰ ਦੈਂਤ ਜੋ ਸੱਪ ਬਣਿਆ ਹੋਇਆ ਸੀ। ਤੇ ਕ੍ਰਿਸ਼ਨ ਭਗਵਾਨ ਫਿਰ ਇਹਦੇ ਅੰਦਰ ਪ੍ਰਵੇਸ਼ ਕਰਕੇ ਤੇ ਬੜੀ ਦੇਹ ਤਗੜੀ ਵਧਾਈ ਸੀ, ਦੇਹ ਵੱਡੀ ਕਰਕੇ ਤੇ ਇਹਨੂੰ ਚੀਰਨਾ ਕੀਤਾ ਸੀ ਇਹ ਸੱਪ ਨੂੰ, ਅਗਾਸੁਰ ਦੈਂਤ ਨੂੰ। ਉਹੀ ਇੱਥੇ ਕਵੀ ਜੀ ਪ੍ਰਮਾਣ ਦੇ ਰਹੇ, ਉਪਮਾ ਦੇ ਰਹੇ ਹਨ। ਪੰਨਕ ਦਾਤ ਕੋ ਚੀਰ ਮਨੋ। ਜਿਵੇਂ ਉਹ ਬੜਾ ਅਗਾਸੁਰ ਦੈਂਤ ਜੋ ਵੱਡਾ ਸੱਪ ਬਣਿਆ ਹੋਇਆ ਸੀ, ਉਸ ਨੂੰ ਚੀਰ ਕੇ ਨਿਕਸੇ ਸੰਗ ਗੋਪਨ ਸ੍ਰੀ ਜਦੁਰਾਈ। ਜੋ ਸੋਭਾ ਵਾਲੇ ਜਾਦਵਾਂ ਦੇ ਕੁਲ ਦੇ ਰਾਜੇ ਕ੍ਰਿਸ਼ਨ ਭਗਵਾਨ ਗੋਪੀ ਦੇ ਗਵਾਲਿਆਂ ਸਮੇਤ ਹੀ ਉਹ ਸੱਪ ਅਗਾਸੁਰ ਦੈਂਤ ਜੋ ਸੱਪ ਬਣਿਆ ਹੋਇਆ ਸੀ ਉਹਨੂੰ ਪਾੜ ਕੇ ਚੀਰ ਕੇ ਨਿਕਲੇ ਸਨ। ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਜੀ ਦੈਂਤ ਦੇ ਅੰਦਰ ਪ੍ਰਵੇਸ਼ ਕਰਕੇ ਦੇਹ ਵਧਾ ਕੇ ਇਹਨੂੰ ਸੁੱਟਿਆ ਹੈ ਤੇ ਭਾਈ ਮਰਦਾਨੇ ਦੇ ਸਮੇਤ ਬਾਹਰ ਨਿਕਲੇ ਹਨ। ਰਾਖਸ ਸੁੰਦਰ ਦੇਹ ਧਰਾ। ਰਾਖਸ਼ ਨੇ ਜਿਹੜੀ ਹੈ ਇਹ ਦੇਹ ਛੱਡ ਕੇ ਆਪਣੀ ਜਿਹੜੀ ਰਾਖਸ਼ਾਂ ਵਾਲੀ ਬੜੀ ਸੁੰਦਰ ਦੇਹ ਧਾਰਨ ਕਰ ਲਈ, ਦੇਵ ਰੂਪ। ਜਿਹ ਚਾਰ ਭੁਜਾ ਸੁਤ ਕੁੰਡਲ ਪਾਏ। ਜਿਸ ਰੂਪ ਦੀਆਂ ਚਾਰ ਇਹਦੀਆਂ ਬਾਹਾਂ ਹੋ ਗਈਆਂ ਤੇ ਕੰਨਾਂ ਵਿੱਚ ਸੋਹਣੇ ਜਿਹੜੇ ਸੋਨੇ ਦੇ ਕੁੰਡਲ ਪਾਏ ਹੋਏ ਐ। ਪੀਤ ਦਕੂਲ ਬਿਰਾਜਤ ਉਪਰ। ਸੀਸ ਦੇ ਉੱਪਰ ਪੀਲੇ ਰੰਗ ਦਾ ਬੜਾ ਸੋਹਣਾ ਜਿਹੜਾ ਵਸਤਰ ਬਿਰਾਜ ਰਿਹਾ ਹੈ, ਦਸਤਾਰ ਬੰਨੀ ਹੋਈ ਹੈ। ਸ਼ਿਆਮ ਸਰੂਪ ਭਲੀ ਸ਼ਬ ਛਾਏ। ਸ਼ਿਆਮ ਸਰੂਪ ਜਿਹੜਾ ਚੰਗਾ ਹੀ ਹੈ ਬਣਾ ਲਿਆ ਹੈ, ਛਵੀ ਬੜੀ ਸ਼ਾਰੀ ਜਿਸ ਸਰੂਪ ਦੀ ਚੰਗੀ ਮਹਾਨ। ਪੂਰਬ ਬੰਦਨਾ ਕੋ ਕਰ ਕਾ ਪ੍ਰਸ਼ੰਸਨਾ। ਪੂਰਨ ਪਹਿਲਾਂ ਇਸ ਨੇ ਕੀ ਕੀਤਾ ਹੈ, ਮਹਾਰਾਜ ਨੂੰ ਮੱਥਾ ਟੇਕਣਾ ਕਰਕੇ ਪੁਨ ਬੈਨ ਪ੍ਰਸ਼ੰਸਨ ਕੇ। ਪੂਰਨ ਬੰਦਨ ਪੂਰਬ ਬੰਦਨਾ ਕੋ ਕਰ ਕਾ ਪ੍ਰਸ਼ੰਸਨ। ਪੂਰਬ ਬੰਧਨ ਕੋ ਕਰਕੇ ਇੱਥੇ ਵਿਸ਼ਰਾਮ ਹੈ। ਸਭ ਤੋਂ ਪਹਿਲਾਂ ਇਹਨੇ ਮਹਾਰਾਜ ਨੂੰ ਮੱਥਾ ਟੇਕਣਾ ਕੀਤਾ ਹੈ। ਪ੍ਰਸ਼ੰਸਨ ਕੇ ਪੁਨ ਬੈਨ ਅਲਾਏ। ਫਿਰ ਜਿਹੜਾ ਉਸਤਤੀ ਦੇ ਗੁਰੂ ਸਾਹਿਬ ਜੀ ਦੀ ਮਹਿਮਾ ਦੇ ਬਚਨ ਕਹਿਣ ਲੱਗ ਪਿਆ। ਹੇ ਕਰਤਾਰ ਧਰਿਓ ਅਵਤਾਰ। ਹੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਦੇ ਕਰਤਾਰ ਪਰਮੇਸ਼ਰ ਹੋ। ਹੇ ਕਰਤਾਰ ਤੁਸਾਂ ਨੇ ਧਰਤੀ ਉੱਪਰ ਅਵਤਾਰ ਧਾਰਿਆ ਹੈ। ਕਲੀ ਮਹਿ ਆਏ ਕਾ ਨਾਮ ਜਪਾਏ। ਇਹ ਕਰਤਾਰ ਪਰਮੇਸ਼ਰ ਚ ਕਲਯੁਗ ਦੇ ਵਿੱਚ ਆ ਕੇ ਕਲਯੁਗ ਦੇ ਜੀਵਾਂ ਨੂੰ ਨਾਮ ਜਪਾਇਆ ਹੈ। ਵਾਹਿਗੁਰੂ ਹਮ ਸੇ ਜੋ ਅਗੀ ਤਿਨ ਕੋ ਗਤ ਦੇਵਨ। ਸਾਡੇ ਵਰਗੇ ਜੋ ਬੜੇ ਤਗੜੇ ਪਾਪੀ ਸਨ, ਉਹਨਾਂ ਪਾਪੀਆਂ ਦੀ ਕਲਿਆਣ ਕਰਨ ਵਾਸਤੇ, ਮੁਕਤੀ ਦੇਣ ਵਾਸਤੇ ਆਵਨ ਭਾਤ ਮਰੋ ਇਹ ਥਾਈ। ਹੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਇਸ ਥਾਂ ਤੇ ਤੁਹਾਡਾ ਜਿਹੜਾ ਆਉਣਾ ਹੋਇਆ ਸਾਨੂੰ ਤਾਰਨ ਲਈ। ਜਗ ਖੰਡਤ ਹੋ ਸਭ ਪਿੰਡਨ ਕੋ। ਡਿੰਬਣ ਕੋ ਜਿਹੜੇ ਸੰਸਾਰ ਦੇ ਪਖੰਡ ਹੈ ਉਹਨਾਂ ਨੂੰ ਟੋਟੇ ਟੋਟੇ ਕਰਨ ਵਾਲੇ ਹੋ। ਸ਼ੁਭ ਮਾਰਗ ਮੈਂ ਨਰ ਦੇਹੋ ਚਲਾਈ। ਮਨੁੱਖਾਂ ਵਿੱਚ ਜਿਹੜਾ ਭਾਵ ਭਗਤੀ ਦਾ ਰਸਤਾ ਚੰਗਾ
ਉਸ ਰਸਤੇ ਨੂੰ ਚਲਾ ਰਹੇ ਹੋ ਜੀ। ਦਸਵਾਂ ਅਵਤਾਰ ਧਰੈ ਅਬ ਆਪ। हे ਗੁਰੂ ਨਾਨਕ ਸਾਹਿਬ ਪਰਮੇਸ਼ਰ ਜੀ, ਜਦੋਂ ਤੁਸਾਂ ਨੇ ਹੁਣ ਆਪਣਾ 10ਵਾਂ ਅਵਤਾਰ ਧਾਰੋਗੇ, ਅਲੰਬ ਹੋਇਆ ਹਿੰਦ ਕੀ ਪੈਜ ਰਖਾਈ। ਤੇ ਆਸਰਾ ਰੂਪ ਹੋ ਕੇ, ਹਿੰਦੂਆਂ ਦਾ ਆਸਰਾ ਹੋ ਕੇ ਉਹਨਾਂ ਦੀ ਇੱਜ਼ਤ ਅਬਰੂ ਰੱਖੋਗੇ, ਉਹਨਾਂ ਦੇ ਜੰਝੂ ਤਿਲਕ ਬਚਾਓਗੇ। ਜਿਹੜੇ ਹੁਣ ਕਹਿੰਦੇ ਆ ਵੀ ਜੋ ਨਾ ਲੈ ਨਾਮ ਸ਼੍ਰੀ ਰਾਮ ਤਿਨ ਕੋ ਪਹੁੰਚਾ ਦੋ ਕਬਰਿਸਤਾਨ। ਹੁਣ ਇਹੋ ਜਿਹੇ ਗਾਣੇ ਬੋਲਦੇ ਹਨ। ਧਨ ਮਾਨਵ ਧਰ ਕੈ ਪਰੋਖ ਫਿਰੋ। ਤੇ ਆਪ ਤੇ ਪਰਮੇਸ਼ਰ ਰੂਪ ਹੋ ਮਨੁੱਖਾਂ ਵਾਲਾ ਜਿਹੜਾ ਸਰੀਰ ਧਾਰ ਕੇ ਗੁਪਤੀ ਫਿਰ ਰਹੇ ਹੋ। ਸ਼ਰਧਾ ਜੋ ਧਰੈ ਤਿਨ ਕੋ ਗਤ ਦਾਈ। ਜੋ ਵੀ ਆਪ ਜੀ ਉੱਪਰ ਸ਼ਰਧਾ ਧਾਰੇਗਾ ਉਸ ਨੂੰ ਆਪ ਮੁਕਤੀ ਦੇ ਦਿਓਗੇ ਜੀ। ਮਰ ਹਰੀ ਸ਼ਾਂਦ ਲੱਖ ਮੈਂ ਮਰਦਾਨਾ ਔਰ ਬਿਸਮਾਨਾ। ਇਸ ਤਰ੍ਹਾਂ ਜਾਣ ਕੇ ਵੀ ਇਹ ਤੇ ਰਾਖਸੀ ਹੁਣ ਦੇਵ ਰੂਪ ਹੋ ਗਿਆ ਹੈ। ਜਾਣ ਕਰਕੇ ਭਾਈ ਬਾਲਾ ਜੀ ਕਹਿੰਦੇ ਇੱਕ ਤੇ ਮੈਂ ਤੇ ਦੂਸਰੇ ਭਾਈ ਮਰਦਾਨਾ ਹਿਰਦੇ ਵਿੱਚ ਦੇ ਕੇ ਬੜਾ ਆਸ਼ਚਰਜ ਹੋ ਗਏ ਐ। ਗੁਰੂ ਹਿਰਦੇ ਇਹੋ ਜਾਨ। ਇੱਧਰ ਗੁਰੂ ਸਾਹਿਬ ਜੀ ਨੇ ਆਪਣੇ ਹਿਰਦੇ ਵਿੱਚ ਸਾਡੀ ਜਾਣ ਲਈ ਹੈ ਗੱਲ, ਜਾਂ ਗੁਰੂ ਜੀ ਨੇ ਸਾਡੇ ਹਿਰਦੇ ਦੀ ਗੱਲ ਜਾਣ ਲਈ ਵੀ ਇਹ ਦੋਵੇਂ ਆਸ਼ਚਰਜ ਜਿਹੇ ਹੋਏ ਪਏ ਐ। ਪੂਜਾ ਪਨਾ ਸੋਈ ਤੁਮ ਕੋ ਹੋਈ। ਗੁਰੂ ਸਾਹਿਬ ਜੀ ਨੇ ਪੁੱਛਿਆ ਵੀ ਰਾਖਸ਼ ਨੂੰ ਜਿਹਦੀ ਦੇਹ ਹੋ ਗਈ ਸੀ ਬੜੀ ਸੋਹਣੀ ਦੇਵ ਰੂਪ, ਵੀ ਇਹ ਤੇਰੀ ਦੇਹ ਕਿਵੇਂ ਹੋ ਗਈ ਹੈ ਇਸ ਤਰ੍ਹਾਂ। ਸਭ ਬਿਦ ਕਰੋ ਬਖਾਨਾ। ਗੁਰੂ ਜੀ ਨੇ ਪੁੱਛਿਆ ਵੀ ਤੂੰ ਇਸ ਤਰ੍ਹਾਂ ਰਾਖਸ਼ ਕਿਵੇਂ ਬਣ ਗਿਆ ਸੀ। ਉਹ ਸਭ ਤਰ੍ਹਾਂ ਨਾਲ ਹੀ ਆਪਣਾ ਜਿਹੜਾ ਪ੍ਰਸੰਗ ਕਹਿਣਾ ਕਰ। ਨਿਜ ਗਾਥ ਉਚਾਰੀ ਪ੍ਰਭੂ ਅਗਾਰੀ। ਫਿਰ ਇਸ ਦੈਂਤ ਨੇ ਜੋ ਰਾਖਸ਼ ਬਣਿਆ ਪਿਆ ਸੀ, 4 ਬਾਹਾਂ ਵਾਲਾ ਬੜਾ ਸੋਹਣਾ ਸਰੂਪ ਧਾਰਨ ਕਰ ਲਿਆ ਸੀ। ਇਹਨੇ ਆਪਣੀ ਸਾਰੀ ਜਿਹੜੀ ਗਾਥ ਕਥਾ ਹੈ, ਕਹਾਣੀ ਹੈ, ਗੁਰੂ ਸਾਹਿਬ ਜੀ ਦੇ ਅੱਗੇ ਕਹੀ। ਸੁਨਹੁ ਉਧਾਰਕ ਮੇਰ। ਸੁਣੋ ਉਧਾਰਕ ਮੇਰ। ਹੈ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਮੇਰਾ ਉਧਾਰ ਕਰਨ ਵਾਲੇ, ਮੇਰੀ ਕਥਾ ਸੁਣੋ। ਜਬ ਜਨਕ ਬਦੇਹੀ ਤਬ ਨਰ ਦੇਹੀ। ਹੈ ਗੁਰੂ ਰੂਪ ਪਰਮੇਸ਼ਰ ਜੀ ਗੁਰੂ ਨਾਨਕ ਸਾਹਿਬ ਜੀ ਜਿਸ ਵੇਲੇ ਸਤਿਯੁਗ ਦਾ ਸਮਾਂ ਸੀ ਤੇ ਜਨਕ ਰਾਜਾ ਬਦੇਹ ਮੁਕਤ ਸੀ, ਉਸ ਵੇਲੇ ਮੇਰੀ ਮਨੁੱਖਾਂ ਵਾਲੀ ਦੇਹੀ ਸੀ, ਮੈਂ ਵੀ ਮਨੁੱਖੀ ਸਾਂ। ਤੋ ਰਸੋਈਆ ਚੇਰ। ਤੇ ਰਾਜੇ ਜਨਕ ਦਾ ਜੋ ਰਸੋਈਆ ਲੰਗਰ ਤਿਆਰ ਕਰਦਾ ਸੀ ਉਹਦਾ ਅੱਗੇ ਮੈਂ ਚੇਲਾ ਸੀ, ਨੌਕਰ ਸੀ। ਮੈਂ ਵੀ ਰਸੋਈ ਵਿੱਚ ਹੀ ਹੱਥ ਵਟਾਉਂਦਾ ਸੀ। ਇੱਕ ਕਾਲ ਨਰੇਂਦੂ ਸੰਤਨ ਨੌਂਦੂ। ਤੇ ਇੱਕ ਸਮੇਂ ਦੀ ਗੱਲ ਹੈ ਕਿ ਜੋ ਜਨਕ ਰਾਜਾ ਹੈ ਉਸਨੇ ਸੰਤਾਂ ਵਾਸਤੇ, ਸਾਧੂਆਂ ਸੰਤਾਂ ਵਾਸਤੇ ਨਿਉਂਦਾ ਕੀਤਾ। ਕਰੀ ਰਸੋਈ ਸਾਰ। ਤੇ ਮੈਂ ਤੇ ਜੋ ਰਸੋਈਆ ਸੀ ਜਨਕ ਰਾਜੇ ਦਾ ਮਿਲ ਜੁਲ ਕੇ ਬੜਾ ਸੋਹਣੀ ਸਰੇਸ਼ਟ ਭੋਜਨ ਤਿਆਰ ਕੀਤਾ, ਚੰਗੀ ਤਰ੍ਹਾਂ ਲੰਗਰ ਤਿਆਰ ਕੀਤਾ, ਬਣਾਉਣਾ ਕੀਤਾ। ਸਭ ਮੁਝ ਸ਼ੁੱਧ ਲਾਗੇ ਸਭ ਹਿਨ ਆਗੇ। ਉਸ ਵੇਲੇ ਬਣਾਉਂਦਿਆਂ ਵੇਖ ਕੇ ਮੈਨੂੰ ਬੜੀ ਭੁੱਖ ਜੀ ਲੱਗੀ ਤੇ ਸਾਰਿਆਂ ਤੋਂ ਪਹਿਲਾਂ ਹੀ ਕੀਨ ਦੁਰਾਏ ਆਹਾਰ। ਤੇ ਆਹ ਲੁਕ ਛਿਪ ਕੇ ਜਿਹੜਾ ਭੋਜਨ ਹੈ ਆਪਣਾ ਪਾ ਕੇ ਵੱਖਰਾ ਹੀ ਮੈਂ ਖਾਣਾ ਕੀਤਾ, ਵੱਖਰਾ ਹੀ ਮੋਰਚਾ ਜਾ ਮਾਰ ਲਿਆ। ਨਿਰਪ ਨ ਜਬ ਜਾਨੀ ਘਿਰਾ ਬਖਾਨੀ। ਇੱਧਰ ਜਦੋਂ ਜਨਕ ਰਾਜੇ ਨੇ ਸਾਰੀ ਗੱਲਬਾਤ ਜਾਣ ਲਈ ਵੀ ਇਹ ਜਿਹੜਾ ਸਾਡਾ ਨੌਕਰ ਹੈ ਇਹਨੇ ਤੇ ਪਹਿਲਾਂ ਹੀ ਝੂਠਾ ਕਰ ਦਿੱਤਾ ਹੈ ਤੇ ਇਹਨੇ ਤੇ ਭੋਗ ਪਹਿਲਾਂ ਹੀ ਲਾ ਦਿੱਤਾ। ਉਧਰ ਸੰਤਾਂ ਨੇ ਆਉਣਾ ਸੀ, ਪਰਮੇਸ਼ਰ ਦਾ ਨਾਮ ਜਪਣਾ ਸੀ ਤੇ ਪਰਮੇਸ਼ਰ ਨੂੰ ਹੀ ਭੋਗ ਲਾਉਣਾ ਸੀ। ਇਹਨੇ ਤੇ ਸਾਰਾ ਝੂਠਾ ਕਰ ਦਿੱਤਾ। ਇਹ ਤੇ ਬੜੀ ਮਾੜੀ ਗੱਲ ਹੈ। ਜਨਕ ਰਾਜੇ ਨੇ ਜਦੋਂ ਇਹ ਗੱਲ ਜਾਣ ਲਈ ਤੇ ਮੈਨੂੰ ਕਿਹਾ ਝੂਠੀ ਭਈ ਰਸੋਏ। ਤੇ ਉਹ ਵੀ ਜਿਹੜੀ ਰਸੋਈ ਹੈ ਲੰਗਰ ਇਹ ਤੇ ਸਾਰਾ ਹੀ ਝੂਠਾ ਹੋ ਗਿਆ, ਨੇ ਪਹਿਲਾਂ ਹੀ ਭੋਗ ਲਾ ਦਿੱਤਾ ਹੈ। ਸਰਤਾ ਮਹਿ ਡਾਰੀ ਸੰਤ ਨਾ ਖਵਾਰੀ। ਜਨਕ ਰਾਜੇ ਨੇ ਕੀ ਕੀਤਾ ਵੀ ਉਹ ਸਾਰੀ ਜਿਹੜੀ ਰਸੋਈ ਹੈ
ਨਦੀ ਵਿੱਚ ਸੁੱਟ ਦਿੱਤੀ। ਸਾਰਾ ਲੰਗਰ ਹੀ ਸੰਤਾਂ ਨੂੰ ਨਹੀਂ ਖਵਾਇਆ ਵੀ ਝੂਠਾ ਹੋ ਗਿਆ, ਪਾਪ ਨਹੀਂ ਖੱਟਣਾ ਹੈ। ਉਹ ਸਾਰਾ ਲੰਗਰ ਹੀ ਉਹ ਸੁੱਟ ਦਿੱਤਾ ਨਦੀ ਵਿੱਚ। ਫਿਰ ਦੁਬਾਰਾ ਤਿਆਰ ਕਰਕੇ ਛੁਕਾਇਆ ਸੀ। ਲੱਖ ਔਗਣ ਮਮ ਸੋਏ। ਇੱਧਰ ਮੇਰਾ ਔਗਣ ਜਾਣ ਕੇ ਵੀ ਇਹ ਜਿਹੜੇ ਸੰਤਾਂ ਭਗਤਾਂ ਦੇ ਖਾਣ ਤੋਂ ਪਹਿਲਾਂ ਹੀ ਲੋਕ ਛਿਪ ਕੇ ਮੋਰਚੇ ਮਾਰਦਾ ਫਿਰਦਾ ਹੈ। ਸਵਈਆ ਸਰਾਪ ਦਇਓ ਪੁਨ ਭੂਪਤ ਮੋਹੇ। ਫਿਰ ਉਹ ਰਾਜਾ ਜਨਕ ਜੀ ਨੇ ਮੈਨੂੰ ਜਿਹੜਾ ਸ਼ਰਾਪ ਦੇ ਦਿੱਤਾ। ਕਹਿਓ ਵੱਡ ਰਾਖਸ ਹੋਵ ਜਾਈ। ਕਿਆ ਵੀ ਆ ਨੌਕਰਾ ਤੂੰ ਪਹਿਲਾਂ ਹੀ ਖਾਨਾ ਹੈ ਸੰਤਾਂ ਮਹਾਂਪੁਰਸ਼ਾਂ ਤੋਂ, ਜਾ ਜਾ ਕੇ ਵੱਡਾ ਰਾਖਸ਼ ਹੋ ਜਾ, ਖਾਈ ਜਾ ਰੱਜ ਕੇ, ਕਦੀ ਮਾਸ ਕਦੀ ਫਲ ਪੱਤੇ ਰੁੱਖ। ਦੀਨ ਭਇਓ ਸਨ ਬੂਝਤ ਮੈਂ। ਉਸ ਵੇਲੇ ਸੁਣ ਕੇ ਮੈਂ ਤੇ ਬਹੁਤ ਨਿਮਰਤਾ ਵਾਲਾ ਹੋਇਆ ਕਿ ਰਾਜਾ ਜੀ ਮੈਂ ਵੇਖੋ ਮੇਰੇ ਕੋਲ ਉਕਾਈ ਹੋ ਗਈ, ਗਲਤੀ ਹੋ ਗਈ ਹੈ, ਪਰ ਮੈਂ ਸੇਵਾ ਵੀ ਕਰਦਾ ਹੀ ਰਿਹਾ। ਮੇਰੀ ਦੀਨਤਾ ਹੀ ਵੇਖ ਕੇ ਜਦੋਂ ਮੈਂ ਬੜਾ ਗਰੀਬ ਬੜਾ ਹੋਇਆ ਤੇ ਮੈਂ ਪੁੱਛਿਆ ਕਬ ਹੋਵਹਿਗੀ ਗਤ ਦੇਹੋ ਬਤਾਈ। ਕਿ ਮਹਾਰਾਜ ਦੱਸੋ ਮੇਰੀ ਮੈਂ ਸੇਵਾ ਵੀ ਕੀਤੀ ਹੈ, ਮੇਰੇ ਕੋਲ ਉਕਾਈ ਵੀ ਹੋ ਗਈ ਹੈ, ਆਪ ਨੇ ਬਚਨ ਕਰ ਦਿੱਤਾ ਵੀ ਰਾਖਸ਼ ਹੋ ਜਾ, ਪਰ ਮੇਰੀ ਗਰੀਬ ਦੀ ਕਲਿਆਣ ਕਦੋਂ ਹੋਵੇਗੀ ਉਹ ਵੀ ਦੱਸ ਦਿਓ। ਭੂਪ ਬਨਿਓ ਕਲਿਆਣ ਵਿਖਾ। ਭੂਪ ਭੰਨਿਓ ਰਾਜਾ ਕਹਿਣ ਲੱਗਾ ਵੀ ਕੱਲ ਕਾਲ ਵੇਖੇ, ਕਲਯੁਗ ਦੇ ਸਮੇਂ ਵਿੱਚ ਗੁਰੂ ਨਾਨਕ ਰੂਪ ਧਰ ਹਰ ਜਾਈ। ਹਰੀ ਪਰਮੇਸ਼ਰ ਆਪ ਜਾ ਕੇ ਧਰਤੀ ਉੱਪਰ ਆਪਣਾ ਜਿਹੜਾ ਸਰੂਪ ਹੈ ਗੁਰੂ ਨਾਨਕ ਰੂਪ ਵਿੱਚ ਧਾਰੇਗਾ। ਨਾਮ ਜਪਾਏ ਕਾ ਲੋਕ ਉਦਾਰਨਾ। ਜਿਹੜਾ ਵਾਹਿਗੁਰੂ ਨਾਮ ਹੈ ਉਸ ਨਾਮ ਨੂੰ ਜਪਾ ਕੇ ਲੋਕਾਂ ਦਾ ਉਧਾਰ ਕਰੇਗਾ। ਤਾਹੇ ਮਿਲਾਪ ਤੇ ਸਰਾਪ ਮਿਟਾਈ। ਕਈ ਸੁਣ ਕੇ ਕਹਿ ਦਿੰਦੇ ਵੀ ਰਾਜੇ ਜਨਕ ਵੇਲੇ ਤੇ ਵਾਹਿਗੁਰੂ ਨਾਮ ਹੈ ਨਹੀਂ ਸੀ, ਤੇ ਇਹ ਕੀ ਕਹਿ ਦਿੱਤਾ। ਕਹਿਣ ਦਾ ਮਕਸਦ ਵੀ ਇਹਨਾਂ ਰਾਜੇ ਨੇ ਕਿਹਾ ਹੈ ਵੀ ਨਾਮ ਜਪਾਏ, ਵੀ ਨਾਮ ਜਪਾਉਣਗੇ ਤੇ ਲੋਕਾਂ ਦਾ ਉਧਾਰ ਕਰਨਗੇ। ਮਰ ਹਰੀ ਸ਼ਾਂਦ ਤਾਹੇ ਮਿਲਾਪ ਤੇ ਸਰਾਪ ਮਿਟਾਈ। ਉਸ ਮਿਲਾਪ ਜਦੋਂ ਉਹ ਗੁਰੂ ਨਾਨਕ ਸਾਹਿਬ ਆਉਣਗੇ, ਨਾਮ ਜਪਾਉਣਗੇ, ਲੋਕਾਂ ਦਾ ਉਧਾਰ ਕਰਨਗੇ, ਜੋ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਹੋਣਗੇ ਉਹਨਾਂ ਦੇ ਮਿਲਾਪ ਤੇ ਹੀ ਤੇਰਾ ਸਰਾਪ ਮਿਟੇਗਾ। ਮਰ ਹਰੀ ਸ਼ਾਂਦ ਅਬ ਪਇਓ ਮਿਲਾਪਾ ਮਿਟ ਗਇਓ ਸਰਾਪਾ। ਆ ਗੁਰੂ ਸਾਹਿਬ ਜੀ ਹੁਣ ਤੁਹਾਡਾ ਮਿਲਾਪ ਹੋਇਆ, ਜੋ ਰਾਜੇ ਜਨਕ ਨੇ ਮੈਨੂੰ ਸਰਾਪ ਦਿੱਤਾ ਸੀ ਉਹ ਵੀ ਮਿਟ ਗਿਆ ਹੈ। ਰਾਖਸ ਤਾਨਾ ਪਲਟਾਏ। ਰਾਖਸ਼ ਵਾਲਾ ਜਿਹੜਾ ਸਰੀਰ ਸੀ ਉਹ ਪਲਟਾ ਦਿੱਤਾ, ਉਹਨੇ ਦੇਵ ਰੂਪ ਹੋ ਗਿਆ ਹਾਂ। ਕਹਿ ਗਾਥਾ ਸਭ ਹੀ ਬੰਦਤ ਤਬ ਹੀ। ਆਪਣੀ ਸਾਰੀ ਰਾਜੇ ਜਨਕ ਦੇ ਸਮੇਂ ਦੀ ਸਾਰੀ ਕਥਾ ਕਹਿ ਕੇ ਬਾਰ-ਬਾਰ ਨਮਸਕਾਰਾਂ ਕਰਦਾ ਸਤਿਗੁਰੂ ਜੀ ਨੂੰ। ਗਇਓ ਬੈਕੁੰਠ ਹਤਾਏ। ਮੱਥਾ ਟੇਕ ਕੇ ਬੜੀ ਛੇਤੀ ਨਾਲ ਹੀ ਬੈਕੁੰਠ ਚਲਾ ਗਿਆ ਹੈ। ਦੇਖ ਸੁਨ ਮਰਦਾਨਾ ਭਇਓ ਹੈਰਾਨਾ। ਉਸ ਨੂੰ ਵੀ ਰਾਖਸ਼ਾਂ ਵਾਲੀ ਦੇਹ ਸੀ, ਫਿਰ ਦੇਵ ਰੂਪ ਹੋ ਗਿਆ। ਇਹ ਵੇਖ ਕੇ ਸਾਰੀ ਕਥਾ ਸੁਣ ਕੇ ਭਾਈ ਮਰਦਾਨਾ ਦੇ ਬਹੁਤ ਹੈਰਾਨ ਹੋਇਆ ਹੈ। ਨਮਸਕਾਰ ਪਗ ਕੀਨਾ। ਉਸ ਵੇਲੇ ਭੱਜ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਹੋ ਤੁਮ ਜਗਦੀਸ਼ਾ ਮਾਇਆ ਕਰੀਸਾ। ਇਹ ਜਗਤ ਦੇ ਮਾਲਕ ਗੁਰੂ ਸਾਹਿਬ ਜੀ ਤੁਸੀਂ ਤੇ ਮਹਾਨ ਹੋ, ਮਿਹਰ ਕੀਤੀ ਹੈ, ਇਸ ਉੱਪਰ ਮਿਹਰ ਕਰਨ ਵਾਲੇ ਹੋ। ਮਹਿਮਾ ਮੈਂ ਨਹ ਚੀਨਾ। ਮੈਂ ਤੇ ਐਵੇਂ ਜਾਤੀ ਸੁਭਾਅ ਹੀ ਹੈ ਵੀ ਕੁਝ ਵੀ ਬੋਲ ਜਾਂਦਾ, ਤੁਹਾਡੀ ਮਹਿਮਾ ਨਹੀਂ ਜਾਣ ਸਕਿਆ। ਵੱਡ ਰਾਖਸ ਮਾਰਿਓ ਮੁਝੇ ਛਟਾਰਿਓ। ਆ ਵੇਖ ਲੋ ਕਿੱਡਾ ਤਗੜਾ ਰਾਖਸ ਵੱਡਾ ਸੀ ਜਿਸ ਨੇ ਮੈਨੂੰ ਮਾਰਿਆ, ਭਾਵ ਖਾ ਲਿਆ ਸੀ, ਤੇ ਤੁਸਾਂ ਨੇ ਮੈਨੂੰ ਛਡਾਇਆ ਉਹਦੇ ਪੇਟ ਵਿੱਚੋਂ ਕੱਢ ਕੇ। ਜਿਹ ਦੀ ਰਗ ਵਿਸਤਾਰ। ਜਿਸ ਰਾਖਸ਼ ਦਾ ਕਿੰਨਾ ਤਗੜਾ ਹੀ ਵਿਸਥਾਰ ਸੀ, ਬਹੁਤ ਤਗੜਾ ਸਰੀਰ ਸੀ, 2 ਕੋਹ ਤੇ ਉਚਾਈ ਸੀ। ਤਹ ਥਰੇ ਤਰੋਵਰ ਚੂਰਨ ਭੇ ਧਰ। ਵੇਖੋ ਮਹਾਰਾਜ ਕਿੰਨਾ ਤਗੜਾ ਸੀ, ਉਸ ਦੇ ਥੱਲੇ ਜਿੰਨੇ ਹੀ ਰੁੱਖ ਦਰਖਤ ਸਨ
ਚੂਰਾ ਚੂਰੀ ਹੋ ਗਏ, ਧਰਤੀ ਉੱਪਰ ਚਕਣਾ ਚੂਰ ਚੂਰਨੀ ਬਣ ਗਿਆ ਸਭ ਦਾ। 9 ਜੋਜਨ ਆਕਾਰ 9 ਯੋਜਨਾ ਤੱਕ 36 ਕੋਹ ਤੱਕ ਆਪਣਾ ਸਰੀਰ ਦਾ ਘਰ ਬਣਾ ਲਿਆ ਸੀ ਉਸਨੇ। ਇਹ ਬਿਦਗਤ ਪਾਈ ਕੌਣ ਕਮਾਈ। ਗੁਰੂ ਸਾਹਿਬ ਜੀ ਆ ਵੀ ਦੱਸ ਦਿਓ ਵੀ ਇਸ ਤਰ੍ਹਾਂ ਜਿਸ ਨੇ ਆਪਣੀ ਰਾਖਸ਼ ਵਾਲੀ ਦੇਹ ਛੱਡ ਕੇ ਤੇ ਆ ਦੇਵ ਰੂਪ ਹੋ ਗਿਆ, ਹੁਣ ਬੈਕੁੰਠ ਚਲਾ ਗਿਆ, ਮੁਕਤੀ ਪਾਈ ਹੈ, ਉਹਦੀ ਕਿਹੜੀ ਕਮਾਈ ਸੀ, ਕੌਣ ਕਮਾਈ ਕੀਤੀ ਹੈ ਉਸਨੇ। ਤੀਜਾ ਹਮੇ ਬਤਾਏ ਉਹ ਕੀ ਕਮਾਈ ਕੀਤੀ ਹੈ, ਕਿਸ ਤਰ੍ਹਾਂ ਬੈਕੁੰਠ ਚਲਿਆ ਗਿਆ ਹੈ, ਉਹ ਵੀ ਆਪ ਜੀ ਦੱਸ ਦਿਓ ਸਤਿਗੁਰੂ ਜੀ। ਜੀਵਨ ਸੰਤਾਪੀ ਇਹ ਵੱਡ ਪਾਪੀ। ਕਿਉਂਕਿ ਦੈਨ ਤੇ ਬੜਾ ਵੱਡਾ ਪਾਪੀ ਸੀ ਤੇ ਜੀਵਾਂ ਨੂੰ ਦੁੱਖ ਦੇਣ ਵਾਲਾ ਦੁਖਦਾਈ ਸੀ। ਕਾ ਬੈਕੁੰਠ ਸੁਖ ਪਾਏ। ਤੇ ਆ ਹੁਣ ਤੁਹਾਡੇ ਦਰਸ਼ਨ ਕਰਕੇ ਤੁਹਾਡੇ ਪਾਸੋਂ ਵਰ ਪਾ ਕੇ ਬੈਕੁੰਠ ਚਲਾ ਗਿਆ ਸੁਖ ਪਾ ਕੇ। ਦੋਹਰਾ ਕਮਲ ਬਦਨਾ ਬੋਲੇ ਤਬ ਹੈ। ਕਮਲ ਵਰਗੇ ਮੁਖ ਵਾਲੇ ਸਤਿਗੁਰ ਜੀ ਬੋਲੇ ਐ ਤਦੋਂ। ਜਨਮ ਪੁਰਾ ਕੇ ਮਾਹੇ। ਐ ਭਾਈ ਮਰਦਾਨਾ ਇਹ ਜੋ ਦੈਨ ਦੇ ਪਹਿਲੇ ਜਨਮ ਵਿੱਚ ਸੰਤਨ ਕੀ ਸੇਵਾ ਕਰੀ। ਜਦੋਂ ਜਨਕ ਰਾਜੇ ਪਾਸ ਰਹਿੰਦਾ ਸੀ ਉਸ ਵੇਲੇ ਇਸਨੇ ਕਮਾਈ ਵਾਲੇ ਸੰਤਾਂ ਦੀ ਸੇਵਾ ਵੀ ਬਹੁਤ ਕੀਤੀ ਸੀ ਨੌਕਰ ਬਣ ਕੇ। ਚਿਰੰਕਾਲ ਲਗਤਾ ਹੈ। ਕਾਫੀ ਲੰਮੇ ਸਮੇਂ ਤੱਕ ਉਹ ਸੰਤਾਂ ਦੀ ਸੇਵਾ ਕੀਤੀ ਸੀ। ਇਹ ਫਲ ਉੱਤਮ ਪਦ ਲਹਿਓ। ਉਸੇ ਸੇਵਾ ਦਾ ਫਲ ਹੀ ਜਿਹੜਾ ਉੱਤਮ ਪਦ ਹੈ ਨਾ, ਪਰਮ ਪਦ ਆ ਕੇਵਲ ਮੁਕਤੀ ਬੈਕੁੰਠ ਦਾ ਪਦ ਲਿਆ ਹੈ। ਮੁਕਤ ਪਾਏ ਦੁਖ ਦਾਹੇ। ਜੰਮਣ ਮਨ ਰੂਪੀ ਜਿਹੜੇ ਦੁੱਖ ਦਗਦ ਕਰਕੇ ਮੁਕਤੀ ਪਾ ਲਈ ਹੈ ਉਸਨੇ। ਸੰਤਨ ਸੇਵਾ ਕਰਤੀ। ਇਸ ਕਰਕੇ ਮਰਦਾਨਿਆਂ ਜਿਹੜੀ ਸੰਤਾਂ ਦੀ ਸੇਵਾ ਕਰਨੀ ਉਹ ਕਦੀ ਨਿਸਫਲ ਨਹੀਂ ਜਾਂਦੀ। ਕਰੀ ਕਬਹਿ ਨਹ ਜਾਹੇ। ਜੋ ਕੀਤੀ ਹੋਈ ਸੰਤਾਂ ਦੀ ਸੇਵਾ ਉਹ ਕਦੀ ਵਿਅਰਥ ਨਹੀਂ ਜਾਂਦੀ। ਤੇ ਸਾਡੇ ਜਿਹੜਾ ਲਾਣਾ ਨਵਾਂ ਕਹਿੰਦਾ ਕੋਈ ਸੰਤ ਤੇ ਹੈ ਹੀ ਨਹੀਂ, ਸੰਤ ਤੇ ਸਾਰੇ ਮਰ ਖੱਪ ਗਏ ਹੈ। ਸੰਤ ਬਹੁਤ ਹੈ, ਵੇਖਣ ਦੀ ਜ਼ਰੂਰਤ ਹੈ ਸਾਨੂੰ ਵੀ ਸੰਤ ਹੈ ਕਿ ਨਹੀਂ ਹੈ। ਗੱਲ ਤੇ ਵੀ ਅਸੀਂ ਵਿਰੋਧੀ ਹਾਂ ਸੰਤਾਂ ਦੇ। ਠੀਕ ਹੈ ਵੀ ਕਈ ਜਿਹੜੇ ਭੇਖੀ ਆ ਪਖੰਡੀ ਆ ਉਹ ਨਹੀਂ ਸੰਤ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਹੋਂਦ ਹੀ ਖਤਮ ਹੋ ਗਈ ਹੈ। ਗੁਰੂ ਸਾਹਿਬ ਜੀ ਸਰੀਰ ਕਰਕੇ ਨਹੀਂ ਦਿਸ ਰਹੇ ਗੁਰੂ ਨਾਨਕ ਸਾਹਿਬ, ਤੇ ਇਹਦਾ ਮਤਲਬ ਇਹ ਨਹੀਂ ਵੀ ਉਹ ਹੈ ਨਹੀਂ ਮਹਾਰਾਜ। ਉਹ ਤਾਂ ਸਾਡੀ ਕਮਾਈ ਨਹੀਂ ਹੈਗੀ ਜਿਹਦੇ ਕਰਕੇ ਦਰਸ਼ਨ ਨਹੀਂ ਹੁੰਦੇ ਹੈ। ਸੰਤ ਮਹਾਂਪੁਰਸ਼ ਕਮਾਈ ਵਾਲੇ ਤਿਆਗੀ ਵਿਰਾਗੀ ਅੱਜ ਵੀ ਬਹੁਤ ਹੈ। ਤੇ ਜਿਹੜੇ ਕਹਿੰਦੇ ਵੀ ਸੰਤ ਹੈ ਨਹੀਂ ਉਹ ਅਸਲ ਵਿੱਚ ਸੰਤਾਂ ਦੇ ਵਿਰੋਧੀ ਲੋਕ ਹੈ। ਤੇ ਜੇ ਹੈ ਹੀ ਨਹੀਂ ਤੇ ਫਿਰ ਅਸੀਂ ਸੇਵਾ ਕਿੱਥੋਂ ਕਰਨੀ ਹੈ ਤੇ ਸਾਨੂੰ ਕੀ ਮਿਲਣਾ ਹੈ। ਤੇ ਸੰਤ ਸਹਾਈ ਜੀ ਕੇ ਭਵਜਲ ਤਾਰਨਹਾਰ। ਸੰਤੀ ਇਹ ਜੀ ਦੇ ਸਹਾਇਤਾ ਕਰਨ ਵਾਲੇ ਹੈ ਤੇ ਸਾਨੂੰ ਸੰਤ ਕੋਈ ਲੱਭਦਾ ਨਹੀਂ ਹੈ, ਅਸੀਂ ਕਰੀਏ ਕੀ। ਇੱਥੇ ਗੁਰੂ ਸਾਹਿਬ ਜੀ ਪ੍ਰਤੱਖ ਹੀ ਕਹਿ ਰਹੇ ਵੀ ਜਿਹੜੀ ਮਰਦਾਨੇ ਜੀ ਸੰਤਾਂ ਦੀ ਸੇਵਾ ਨਿਸਫਲ ਨਹੀਂ ਜਾਂਦੀ। ਜਿਸ ਕਿਸੇ ਨੇ ਵੀ ਕੀਤੀ ਹੈ ਕਿਸੇ ਸਮੇਂ ਵੀ। ਸਵਈਆ ਜੇ ਮਿਲ ਸੰਤਨ ਕਾਲ ਬਿਤਾਵਹਿ। ਸੰਤਾਂ ਦੀ ਮਹਿਮਾ ਦੱਸ ਰਹੇ ਵੀ ਜਿਹੜੇ ਪੁਰਸ਼ ਸੰਤਾਂ ਨਾਲ ਮਿਲ ਕੇ ਸਮਾਂ ਬਿਤਾਉਂਦੇ ਲਗਾਉਂਦੇ ਐ। ਭਾਵਤ ਸੇ ਸੁਖ ਲੋਕ ਕਹਿ ਦੋ। ਉਹ ਲੋਕ ਦੋਵੇਂ ਲੋਕਾਂ ਵਿੱਚ ਹੀ ਸੁਖ ਪਾਉਂਦੇ, ਇੱਥੇ ਵੀ ਸਿਮਰਨ ਭਗਤੀ ਕਰਦੇ, ਅੱਗੇ ਪਾਸੇ ਵੀ ਸੱਚਖੰਡ ਵਾਸੀ ਹੁੰਦੇ ਹਨ। ਨਾਮ ਜਪੈ ਨਿਸਬਾ ਸੁਰਮੈ। ਕਿਉਂਕਿ ਉਹ ਜਿਹੜੇ ਸੰਤ ਹੈ ਰਾਤ ਦਿਨ ਪਰਮੇਸ਼ਰ ਦਾ ਨਾਮ ਜਪਦੇ, ਸਵਾਸ ਸਵਾਸ ਉਠਤ ਬੈਠਤ ਸੋਤ ਨਾਮ। ਮਨ ਮਾਰਨ ਤੇ ਗਤ ਪ੍ਰਾਪਤ ਹੋ। ਮਨ ਉਹਨਾਂ ਨੇ ਮਾਰੇ ਹੁੰਦੇ ਐ ਜਿਸ ਕਰਕੇ ਉਹ ਮੁਕਤੀ ਨੂੰ ਪ੍ਰਾਪਤ ਹੋਏ ਹੁੰਦੇ, ਦੂਸਰਿਆਂ ਨੂੰ ਮੁਕਤ ਕਰਦੇ। ਆਪ ਛੁੱਟੇ ਪਰਿਵਾਰ ਸੋ ਸਭ ਜਗਤ ਛੁਡਾਇਆ। ਆਪ ਵੀ ਛੁੱਟੇ ਐ ਦੂਸਰਿਆਂ ਨੂੰ ਵੀ ਛਡਾਉਂਦੇ ਐ। ਮਨ ਉਹਨਾਂ ਨੇ ਮਾਰੇ ਹੋਏ ਐ ਤੇ ਮਨ ਮਾਰੇ ਬਿਨ ਭਗਤ ਨਾ ਹੋਈ। ਮਨ ਮਾਰੇ ਤੋਂ ਬਿਨਾਂ ਭਗਤੀ ਨਹੀਂ ਹੁੰਦੀ, ਭਗਤੀ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਉਹਨਾਂ ਸੰਤਾਂ ਨੇ ਮਨ ਮਾਰੇ ਹੈ, ਭਗਤੀ ਕੀਤੀ ਹੈ, ਮੁਕਤੀ ਨੂੰ ਪ੍ਰਾਪਤ ਹੋਏ ਹੈ।
ਦੂਜਿਆਂ ਨੂੰ ਵੀ ਮੁਕਤ ਕਰ ਦਿੰਦੇ ਹਨ। ਹੈ ਕਲ ਕਾਲ ਮਹਾਤਮ ਨਾਮ ਕੋ। ਹੇ ਮਰਦਾਨੇ ਸਾਡੇ ਸਾਥੀ, ਜਿਹੜਾ ਪਰਮੇਸ਼ਰ ਦਾ ਨਾਮ ਹੈ ਕਲਯੁਗ ਦੇ ਸਮੇਂ ਵਿੱਚ ਉਹਦਾ ਬਹੁਤ ਮਹਾਤਮ ਹੈ। ਸ੍ਰੀ ਪ੍ਰਭ ਕੀਰਤ ਗਾਵਹਿ ਸੋ। ਉਹ ਸੰਤ ਜਿਹੜੇ ਹੈ ਸਤਸੰਗ ਵਿੱਚ ਬੈਠ ਕੇ ਪਰਮੇਸ਼ਰ ਦੀ ਜਿਹੜੀ ਕੀਰਤੀ ਸਿਫਤ ਸਲਾਹ ਕਰਦੇ ਹੈ, ਗੁਣ ਗਾਉਂਦੇ ਹੈ, ਨਾਮ ਜਪਦੇ, ਸੇਵਾ ਸਿਮਰਨ ਕਰਦੇ ਹਨ। ਬੰਧਨ ਜੇ ਭਵ ਕੇ ਭਵਦਾਇਕ। ਸੰਸਾਰ ਦੇ ਭੈ ਦੇਣ ਵਾਲੇ ਜਿਹੜੇ ਮੋਹ ਮਮਤਾ ਦੇ ਬੰਧਨ ਹੈ ਸੰਗਲਾਂ ਵਾਂਗ, ਨਾ ਉਪਚਾਰ ਹੈ ਔਰ ਨ ਕੋ। ਉਹਨਾਂ ਨੂੰ ਤੋੜਨ ਵਾਸਤੇ ਹੋਰ ਕੋਈ ਯਤਨ ਨਹੀਂ ਹੈ ਵੀ ਜਿਹੜਾ ਮੁਕਤ ਹੋ ਜਾਵੇ, ਨਾ ਸੰਗਲਾਂ ਨੂੰ ਤੋੜ ਲਵੇ। ਉਹ ਕੀ ਹੈ ਵੀ ਸੰਤਾਂ ਦੀ ਸੇਵਾ ਕਰਨੀ ਤੇ ਸਿਮਰਨ ਭਗਤੀ ਕਰਨੀ। ਦੋਹਰਾ ਇਸ ਪ੍ਰਕਾਰ ਕਹਿ ਭਜਨ ਕੋ। ਇਸ ਪ੍ਰਕਾਰ ਦੇ ਬਚਨਾਂ ਨੂੰ ਕਹਿ ਕਰਕੇ ਗੁਰੂ ਸਾਹਿਬ ਜੀ ਚਲਤ ਪਏ ਗਤ ਦਾਏ। ਜੋ ਮੁਕਤੀ ਦੇਣ ਵਾਲੇ ਹੈ ਗੁਰੂ ਸਾਹਿਬ ਜੀ ਇਸ ਰਾਖਸ਼ ਨੂੰ ਮੁਕਤੀ ਦੇ ਕੇ ਚੱਲ ਪਏ। ਭਜ ਸੰਤੋਖ ਸਿੰਘ ਗੁਰ ਚਰਨਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਹੇ ਮਨਾ ਸੰਤੋਖ ਸਿੰਘ, ਜਿਹੜੇ ਗੁਰੂ ਨਾਨਕ ਸਾਹਿਬ ਦੇ ਚਰਨ ਹੈ ਉਹਨਾਂ ਨੂੰ ਤੂੰ ਵੀ ਸਿਮਰ। ਕਰ ਕਾ ਪੂਰਨ ਧਿਆਏ। ਇਹ ਅਧਿਆਇ ਨੂੰ ਪੂਰਨ ਕਰਕੇ ਤੂੰ ਵੀ ਸਿਮਰ। ਜਿਵੇਂ ਉਹ ਰਾਖਸ਼ ਮੁਕਤ ਹੋ ਗਿਆ ਤੂੰ ਵੀ ਮੁਕਤ ਹੋ ਜਾਏਗਾ, ਇਸ ਕਰਕੇ ਸਿਮਰਨ ਕਰ। ਹੇ ਭਾਈ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਸਿਮਰਨ ਕਰੋ, ਤੁਸੀਂ ਮੁਕਤ ਹੋ ਜਾਓਗੇ। ਇਸ ਤਰ੍ਹਾਂ ਇਹ ਜਿਹੜਾ ਪ੍ਰਸੰਗ ਹੋਇਆ, ਗੁਰੂ ਸਾਹਿਬ ਜੀ ਜੋ ਸਮੁੰਦਰਾਂ ਵਿੱਚ ਟਾਪੂ ਕੋਈ ਖੁਸ਼ਕ ਥਾਂ ਜਿੱਥੇ ਸ਼ਹਿਰ ਨਗਰ ਵਸੇ ਹੋਏ ਸੀ, ਜਾਂ ਕੋਈ ਜਿਹੜੇ ਵਣਜ ਵਪਾਰ ਕਰਦੇ ਵਪਾਰੀ ਤੇ ਜਿਨ੍ਹਾਂ ਰਾਜਿਆਂ ਕੋਲ ਕਰਦੇ ਸੀ, ਜਿਹੜੇ ਟਾਪੂਆਂ ਦੇ ਵਸਦੇ ਸਨ ਰਾਜੇ ਲੋਕ, ਉਹਨਾਂ ਨੂੰ ਗੁਰੂ ਸਾਹਿਬ ਜੀ ਤਾਰਨ ਵਾਸਤੇ ਨਾ ਟਾਪੂਆਂ ਉੱਪਰ ਗਏ। ਸਿੱਧੇ ਰਾਹ ਪਾਇਆ, ਬਾਬੇ ਤਾਰੇ ਚਾਰ ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਤੇ ਉਹ ਸਾਰੇ ਪਾਸਿਆਂ ਨੂੰ ਤਾਰਨਾ ਕੀਤਾ। ਜੋ ਸੁਦਰਸੈਨ ਰਾਜਾ ਮਣੀਪੁਰ ਰਿਆਸਤ ਦਾ, ਉਹਨੂੰ ਗੁਰਸਿੱਖੀ ਜੀਵਨ ਬਖਸ਼ਿਆ, ਪ੍ਰੇਮਾ ਭਗਤੀ ਬਖਸ਼ੀ। ਫਿਰ ਬ੍ਰਹਮਪੁਰੇ ਦਾ ਜੋ ਮਧੁਰਵੈਣ ਰਾਜਾ, ਉਸ ਨੂੰ ਜਿਹੜਾ ਹੈ ਭਾਵ ਭਗਤੀ, ਪ੍ਰੇਮਾ ਭਗਤੀ, ਗੁਰਸਿੱਖੀ ਜੀਵਨ ਬਖਸ਼ਿਆ। ਫਿਰ ਉਸ ਤੋਂ ਬਾਅਦ ਜੋ ਦੇਵਲੂਤ ਆ ਰਾਖਸ਼, ਉਸ ਨੂੰ ਸਿੱਧੇ ਰਾਹ ਪਾਇਆ। ਜੋ ਰਾਖਸ਼ਾਂ ਦਾ ਰਾਜਾ ਸੀ ਉਹਨੂੰ ਗੁਰਸਿੱਖੀ ਜੀਵਨ ਬਖਸ਼ਿਆ ਕਿ ਮਾਸ ਆਦਿਕ ਕੁਝ ਨਹੀਂ ਖਾਣਾ ਹੈ, ਅਤੇ ਜਿਹੜੀ ਹੈ ਇੱਥੇ ਰਹਿ ਕੇ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰੋ, ਆਨੰਦ ਲਓ, ਦੋਵੇਂ ਟਾਈਮ ਸਿਮਰਨ ਭਗਤੀ ਕਰਨਾ, ਸਤਸੰਗ ਕਰਨੀ। ਫਿਰ ਆਹ ਰਾਖਸ਼ ਦਾ ਆਧਾਰ ਕੀਤਾ। ਗੁਰੂ ਸਾਹਿਬ ਜੀ ਜਿਹੜੇ ਇਹੋ ਜਿਹੇ ਦੈਂਤ ਸਭ ਖਾਈ ਜਾਂਦੇ ਸਨ, ਜੀਵਾਂ ਜੰਤੂਆਂ ਨੂੰ, ਛੋਟੇ ਵੱਡਿਆਂ ਨੂੰ, ਮਨੁੱਖਾਂ ਤੱਕ ਨਹੀਂ ਸੀ ਛੱਡਦੇ, ਉੱਥੇ ਤਾਰਨ ਵਾਸਤੇ ਮਹਾਰਾਜ ਗਏ। ਜਿਵੇਂ ਹੁਣ ਵੀ ਉਹ ਕਈ ਇਲਾਕੇ ਹੈ ਉੱਧਰ ਜਿਹੜੇ ਕੋਈ ਚੀਨੀਏ ਜਿਹੇ ਹਨ, ਜੋ ਢਹਿ ਚੜ੍ਹਦਾ, ਬਿੱਲੀ, ਕੁੱਤਾ, ਸੱਪ, ਕਿਰਲੀਆਂ, ਜੋ ਡੱਡੂ ਆਦਿਕ ਚੂਹੇ ਸਭ ਖਾਈ ਖੂਈ ਜਾਂਦੇ। ਆ ਜਿਹੜੇ ਇੱਧਰ ਆਪਣਾ ਅਸਾਮ ਵੱਲ ਹੈ, ਮੇਘਾਲਿਆ, ਤ੍ਰਿਪੁਰਾ, ਨਾਗਾਲੈਂਡ, ਇੱਥੇ ਤਾਂ ਉਹਨਾਂ ਨੇ ਚਾਰ ਪਾਇਆ ਹੁੰਦਾ ਇਹੋ ਜਿਹੀ ਚੀਜ਼ਾਂ ਦਾ। ਜਿਵੇਂ ਕੋਈ ਫੌਜੀ ਚਲਾ ਗਿਆ ਸੀ ਉੱਥੇ, ਕਹਿੰਦੇ ਉਹ ਚਾਰ ਵਾਲੀ ਦੁਕਾਨ 'ਤੇ, ਤਾਂ ਦੁਕਾਨ ਵਾਲਾ ਕਹਿਣ ਲੱਗ ਪਿਆ ਦਾ ਵੀ ਚਾਰ ਚਾਹੀਦਾ ਹੈ। ਉਹ ਦੁਕਾਨ ਵਾਲਾ ਕਹਿਣ ਲੱਗ ਪਿਆ ਵੀ ਹਾਂ ਕਿਹੜਾ, ਚੂੰ ਚੂ ਵਾਲਾ ਕਿ ਜਾਂ ਗੜੈ ਗੜੈ ਵਾਲਾ, ਭਾਵ ਕਿ ਗੜੈ ਗੜੈ ਤੇ ਵੀ ਡੱਡੂ ਵਾਲਾ ਚਾਰ ਕਿ ਜਾਂ ਚੂਹਿਆਂ ਵਾਲਾ ਚਾਰ। ਉਹ ਫੌਜੀ ਸੁਣ ਕੇ ਹੈਰਾਨ ਹੋ ਗਿਆ, ਕਿਉਂਕਿ ਉੱਧਰ ਜਿਨ੍ਹਾਂ ਦੀ ਡਿਊਟੀ ਉਹਨਾਂ ਨੂੰ ਪਤਾ ਉੱਥੇ ਹੈ ਚੂਹੇ ਉਹਨਾਂ ਪੂਛਾਂ ਤੋਂ ਫੜ ਫੜ ਲਮਕਾਏ ਹੁੰਦੇ, ਬੰਨੇ ਹੁੰਦੇ, ਕੁੱਤੇ ਆਦਿ ਸਭ ਖਾਈ ਖੂਈ ਜਾਂਦੇ। ਗੁਰੂ ਸਾਹਿਬ ਜੀ ਉਹਨਾਂ ਥਾਵਾਂ 'ਤੇ ਗਏ ਤਾਰਨ ਵਾਸਤੇ ਕਿ ਮਾਸ ਆਦਿਕ ਕੁਝ ਨਹੀਂ ਖਾਣਾ ਹੈ, ਮਨੁੱਖ ਬਿਰਤੀ ਰੱਖਣੀ ਹੈ। ਅਤੇ ਇਸੇ ਤਰ੍ਹਾਂ ਹੁਣ ਸਾਡੇ ਵੀ ਉਹੀ ਹਾਲ ਹੈ। ਆ ਜਿਹੜੇ ਕੋਈ ਪੈਲਸਾਂ ਪੂਲਸਾਂ 'ਚ ਸਭ ਕੁਝ ਖਾਈ ਪੀ ਜਾਂਦੇ ਹਨ, ਜੇ ਕਿਤੇ ਉੱਥੇ ਇਹੋ ਜਿਹੀ ਸੇਵਾ ਨਾ ਹੋਵੇ ਤਾਂ ਕਹਿੰਦੇ ਵੀ ਪ੍ਰਬੰਧ ਨਹੀਂ ਚੰਗਾ, ਇਹ ਕੱਖ ਨਹੀਂ ਕੀਤਾ ਇਹਨਾਂ ਨੇ। ਹੁਣ ਪ੍ਰਬੰਧ ਚੰਗਾ ਤਾਂ ਉਹੀ ਹੈ ਵੀ ਜਿਹੜਾ ਕੋਈ ਆਪ ਬਣਾ ਕੇ ਛਕ ਛਕਾ ਲੈਣਾ,
ਬਾਕੀ ਜਿਹੜਾ ਕੋਈ ਬਾਹਰੋਂ ਐਵੇਂ ਖਾਣਾ ਹੈ ਸਿਗਟਾਂ ਬੀੜੀਆਂ ਵਾਲਿਆਂ ਦਾ ਬਣਿਆ ਹੋਇਆ ਜਿਹੋ ਜਿਹਾ ਬਣਾ ਬਣੂ ਦਿੰਦੇ ਆਪਾਂ ਖਾ ਪੀ ਲੈਂਦੇ ਹਾਂ। ਉਂਝ ਅਸੀਂ ਪੜ੍ਹੇ ਲਿਖੇ ਲੋਕ ਹਾਂ, ਪਰ ਸਾਡੇ ਨਾਲੋਂ ਤਾਂ ਉਹੀ ਚੰਗੇ ਸਨ ਜੋ ਪੁਰਾਣੇ ਪੜ੍ਹੇ ਨਹੀਂ ਸੀ ਅਤੇ ਉਹਨਾਂ ਨੇ ਐਵੇਂ ਆਪਣੇ ਆਪ ਹੀ ਤਿਆਰ ਕਰਨਾ ਸਭ ਕੁਝ, ਕਿੰਨੇ ਕਿੰਨੇ ਦਿਨ ਜਿਹੜਾ ਉਹ ਤਿਆਰ ਕਰਦੇ ਰਹਿਣਾ। ਫਿਰ ਚੰਗੇ ਚੰਗੇ ਭੋਜਨ ਤਿਆਰ ਕਰਕੇ ਲੱਡੂ ਆਦਿਕ, ਪਕੌੜੇ, ਪੰਜੀਰੀ ਆਦਿਕ ਬਣਾ ਕੇ ਜੰਝਾਂ ਆਦਿਕਾਂ ਨੂੰ 3-3 ਦਿਨ ਰੱਖਣਾ ਅਤੇ ਉਹਨਾਂ ਨੂੰ ਨਾਲ ਛਕਾਉਣਾ, ਨਾਲ ਆਪ ਛਕਣਾ, ਫਿਰ ਮਹੀਨਾ ਮਹੀਨਾ ਆਪ ਵੀ ਖਾਂਦੇ ਰਹਿਣਾ। ਅਤੇ ਹੁਣ ਦੇ ਜਿਹੜੇ ਜਮਾਂ ਹੀ ਲੋਕ ਖਤਮ ਹੋ ਗਏ ਹੈ ਵੀ ਖਵਾਉਣਾ ਪਿਆਉਣਾ ਦੇ ਕੀ ਹੈ। ਅੱਜ ਜਦੋਂ ਸਮਾਂ ਆਉਂਦਾ ਵਿਆਹ ਸ਼ਾਦੀ ਦਾ ਅਤੇ ਉਦੋਂ ਵੀ ਬਸ ਦਗੜ ਦਗੜ ਛੇਤੀ ਕਰੋ ਛੇਤੀ ਕਰੋ ਛੇਤੀ ਕਰੋ। ਅਤੇ ਪਹਿਲੀ ਗੱਲ ਵੀ 12-1 ਵਜੇ ਤੁਰਨਾ ਹੀ ਹੈ ਅਤੇ ਫਿਰ ਉੱਥੇ ਜਾ ਕੇ ਵੀ ਕਹੀ ਜਾਣਾ ਗ੍ਰੰਥੀ ਸਿੰਘ ਨੂੰ ਜੀ 5 ਮਿੰਟ ਲਾਈ, ਰਾਗੀ ਨੂੰ ਕਹਿਣਾ ਜੀ 2 ਮਿੰਟ ਲਾਈ, ਐਵੇਂ ਭੱਜੇ ਫਿਰਨਾ ਵੀ ਫਿਰ ਮੂਰਖਤਾ ਇਹ ਤੋਂ ਵੱਡੀ ਹੋਰ ਕੀ ਹੋ ਸਕਦੀ ਹੈ। ਉਂਝ ਪੜ੍ਹੇ ਲਿਖੇ ਆ, ਗੁਰੂ ਸਾਹਿਬ ਜੀ ਨੇ ਤਾਂ ਹੀ ਬਚਨ ਕੀਤਾ ਵੀ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ, ਵੀ ਪੜ੍ਹਿਆ ਮੂਰਖ ਹੀ ਕਿਹਾ ਜਾਂਦਾ ਵੀ ਮੂਰਖੀ ਤਾਂ ਹੈ। ਆ ਸਮਾਂ ਬਣਿਆ ਹੁੰਦਾ ਉਸ ਵੇਲੇ ਜਿਹੜਾ ਆਨੰਦ ਕਾਰਜ ਦਾ ਵੀ ਜਾਂਝੀ ਮਾਂਝੀ ਰਿਸ਼ਤੇਦਾਰ ਸਭ ਇਕੱਠੇ ਹੋਣੇ ਹੁੰਦੇ ਆ ਅਤੇ ਉਹੀ ਤਾਂ ਸਮਾਂ ਅਸੀਂ ਉਹਨੂੰ ਕਹੀਦਾ ਆਨੰਦ ਕਾਰਜ, ਵੀ ਆਨੰਦ ਦਾ ਕੰਮ ਹੈ ਅਤੇ ਉੱਥੇ ਵੀ ਛੇਤੀ ਕਰੋ ਛੇਤੀ ਕਰੋ। ਫਿਰ ਸਾਡੇ ਤੋਂ ਵੱਡਾ ਮੂਰਖ ਕਿਹੜਾ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਆ ਜਿਹੜਾ ਸਮਾਂ ਹੈ ਸ਼ਾਂਤੀ ਨਾਲ ਬਿਤਾਉਣ ਵਾਲਾ ਹੈ। ਅਤੇ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਕਰਦੇ ਕਰਾਉਂਦੇ ਹੈ। ਅਤੇ ਗੁਰੂ ਸਾਹਿਬ ਜੀ ਨੇ ਫਿਰ ਉਹ ਜਿਹੜੇ ਵਿਆਹਾਂ 'ਚ ਜਾਂਦੇ ਨੇ ਚੰਗਾ ਰੱਜ ਪੁੱਜਦੇ ਆ, ਜੇ ਨਾ ਪਾਇਆ ਹੋਵੇ ਕਹਿੰਦੇ ਵੀ ਪ੍ਰਬੰਧ ਨਹੀਂ ਚੰਗਾ, ਇਹਦੇ ਕੱਖ ਨਹੀਂ ਕੀਤਾ। ਪਰ ਮਹਾਰਾਜ ਤੇ ਕਹਿ ਰਹੇ ਸਾਨੂੰ ਇੱਥੇ ਇਤਿਹਾਸ ਵਿੱਚ ਵੀ ਮਾਸ ਆਦਿਕ ਨਹੀਂ ਖਾਣਾ। ਜੇ ਮਾਸ ਖਾਣ ਵਾਲੇ ਉਹ ਰਾਖਸ਼ ਹੋ ਸਕਦੇ ਫਿਰ ਅਸੀਂ ਕਿਉਂ, ਅਸੀਂ ਵੀ ਰਾਖਸ਼ੀ ਹਾਂ। ਉਹਦੇ ਰਾਖਸ਼ ਫਿਰ ਵੀ ਚੰਗੇ ਹੈ ਕਿ ਜਿੱਥੇ ਗੁਰੂ ਸਾਹਿਬ ਜੀ ਜਾ ਕੇ ਕਹਿ ਰਹੇ ਆ ਸਮਝਾਉਂਦੇ ਆ ਅਤੇ ਉਹ ਸਮਝ ਜਾਂਦੇ, ਕੰਨਾਂ ਨੂੰ ਹੱਥ ਲਾਉਂਦੇ ਆ ਵੀ ਮਹਾਰਾਜ ਅਸੀਂ ਗਾਂਹ ਤੋਂ ਨਹੀਂ ਛਕਦੇ ਅਤੇ ਸਿੱਖੀ ਬਣਾਉਂਦੇ ਹੈ। ਅਤੇ ਅਸੀਂ ਸੁਣ ਸੁਣਾ ਕੇ ਫਿਰ ਉਹ ਪਾ ਪੂ ਲੈਂਦੇ ਹਾਂ, ਖਾ ਵੀ ਲੈਂਦੇ ਹਾਂ ਅਤੇ ਗੁਰੂ ਸਾਹਿਬ ਦਾ ਬਚਨ ਵੀ ਨਹੀਂ ਮੰਨਦੇ। ਫਿਰ ਉਹ ਵੱਡੇ ਰਾਖਸ਼ਕ ਜਾਂ ਅਸੀਂ ਵੱਡੇ ਰਾਖਸ਼ ਹਾਂ। ਉਹ ਰਾਖਸ਼ ਛੋਟੇ ਜਿਹੜੇ ਬਚਨ ਮੰਨ ਕੇ ਅਤੇ ਫਿਰ ਹਟ ਜਾਂਦੇ ਆ, ਸਿੱਖੀ ਵੀ ਬਣਾ ਰਹੇ ਹਾਂ। ਅਸੀਂ ਤਾਂ ਸਿੱਖੀ ਵੀ ਛੱਡੀ ਹੋਈ ਹੈ, ਖਾਣਾ ਪੀਣਾ ਵੀ ਨਹੀਂ ਛੱਡਦੇ, ਕਹਿੰਦੇ ਵੀ ਦੁਨੀਆਦਾਰੀ ਹੈ, ਚੱਲਦਾ ਸਭ ਕੁਝ। ਮਹਾਰਾਜ ਦੇ ਬਚਨਾਂ ਨੂੰ ਅਸੀਂ ਕੋਈ ਨਹੀਂ ਮੰਨਦੇ। ਅਤੇ ਵੇਖ ਲਓ ਫਿਰ ਦੈਂਤ ਬਣਦੇ ਆ, ਇਹੋ ਜਿਹੇ ਰਾਖਸ਼ ਬਣਦੇ ਆ, ਦੁੱਖ ਸਹਿੰਦੇ ਆ। ਅਤੇ ਇਹ ਜਿਹੜੀ ਹੁਣ ਆਪਾਂ ਕਥਾ ਸਰਵਣ ਕੀਤੀ ਵੀ ਕਿਵੇਂ ਜਿਹੜਾ ਰਾਖਸ਼ ਬਣਿਆ ਸੀ, ਖਾਈ ਜਾਂਦਾ ਸੀ ਸਭ ਕੁਝ, ਉਹਦਾ ਗੁਰੂ ਸਾਹਿਬ ਨੇ ਆਧਾਰ ਕੀਤਾ। ਅਤੇ ਹੋਰ ਉਹ ਇੱਕ ਭੁੱਲ ਗਲਤੀ ਕੀਤੀ ਹੈ ਕਿ ਉਹ ਸੰਤਾਂ ਨੇ ਛਕਣਾ ਸੀ ਅਤੇ ਸੰਤਾਂ ਤੋਂ ਪਹਿਲਾਂ ਹੀ ਇਹਨੇ ਆ ਕੇ ਇਹ ਜਿਹੜਾ ਰਸੋਈ ਕਾਰ ਦਾ ਨੌਕਰ ਚਾਕਰ ਸੀ ਅੱਗੇ ਬਣਾਉਂਦਾ ਨਾਲ, ਅਤੇ ਪਰੇ ਹੋ ਕੇ ਨੁੱਕਰ ਜੀ 'ਚ ਆਪ ਹੀ ਮੋਰਚਾ ਮਾਰ ਲਿਆ ਵੀ ਮੈਂ ਇੱਕ ਪਹਿਲਾਂ ਲੂਣ ਵੇਖ ਲਵਾਂ। ਅਤੇ ਉਹਦਾ ਫਲ ਮਿਲਿਆ। ਰਾਜੇ ਜਨਕ ਨੂੰ ਪਤਾ ਲੱਗ ਗਿਆ, ਹੋਰ ਤੇ ਕਿਸੇ ਨੂੰ ਪਤਾ ਨਹੀਂ ਸੀ ਲੱਗਣਾ। ਅਤੇ ਕਿਹਾ ਵੀ ਆ ਸੰਤਾਂ ਮਹਾਂਪੁਰਸ਼ਾਂ ਤੋਂ ਪਹਿਲਾਂ ਖਾਂਦਾ ਛਕਦਾ, ਤੂੰ ਜਾ ਕੇ ਰਾਖਸ਼ ਬਣ ਅਤੇ ਖਾਈ ਜਾ ਸਭ ਕੁਝ ਹੀ। ਅਤੇ ਵੇਖ ਲਓ ਕਿੱਥੇ ਸਤਯੁੱਗ ਦੀ ਕਥਾ ਹੈ, ਕਿੱਥੇ ਆ ਕਲਯੁੱਗ ਵਿੱਚ ਆ ਕੇ ਦਾ ਆਧਾਰ ਹੋਇਆ। ਅਤੇ ਇਹ ਜਿਹੜੀ ਮਰਿਆਦਾ ਹੀ ਹੁੰਦੀ ਹੈ। ਰਸੋਈ ਜਿਹੜੀ ਤਿਆਰ ਕਰਨੀ ਮਰਿਆਦਾ ਨਾਲ, ਬੜੀ ਜਿਹੜੇ ਮਹਾਤਮਾ ਜੀ ਨੇ ਮਰਿਆਦਾ ਬਣੀ ਹੋਈ ਹੈ। ਜਿਹੜਾ ਹੁਣ ਅਜੋਕਾ ਸਮਾਂ ਨਾ ਸਾਡੇ ਵਾਲਾ, ਇਹ ਲਾਣਾ ਕੀ ਕਰਦਾ ਵੀ ਇੱਧਰ ਤੇ ਗੁਰੂ ਸਾਹਿਬ ਜੀ ਦੀ ਬਾਣੀ ਦਾ ਭੋਗ ਪੈ ਰਿਹਾ ਹੁੰਦਾ, ਉੱਧਰ ਜਿਹੜੇ ਬਣਾ ਰਹੇ ਹੁੰਦੇ ਸਿਗਟਾਂ ਬੀੜੀਆਂ ਵਾਲੇ, ਅਤੇ ਨਾ ਕੋਈ ਬਰਤਨ ਮਾਂਜਣਾ ਹੈ, ਨਾ ਕੋਈ ਉਹ ਵੇਖਣਾ ਦੇਖਣਾ ਹੀ ਆ ਵੀ ਕਿਵੇਂ ਬਣਾਇਆ। ਪਹਿਲਾਂ ਹੀ ਉਹ ਲੂਣ ਚੈੱਕ ਕਰ ਲੈਣਾ, ਉਹ ਇਸ਼ਾਰਾ ਜਿਹਾ ਕਰਨਾ ਵੀ ਹਾਂ ਠੀਕ ਹੈ, ਹਾਂ ਠੀਕ ਹੈ। ਫਿਰ ਉਹ ਚੁੱਕ ਕੇ ਥਾਲੀ 'ਚ ਪਾ ਕੇ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜ਼ੂਰੀ 'ਚ ਲੈ ਆਉਣਾ। ਅਤੇ ਉਹ ਜਦੋਂ ਉਹ ਜੂਠਾ ਹੀ ਹੈ ਜਿਹੜਾ ਪਹਿਲਾਂ ਕੋਈ ਲੂਣ ਲਾਣ ਵੇਖ ਲੈਣਾ ਨਾ, ਅਤੇ ਭਾਂਡੇ ਮਾਂਜੇ ਚੰਗੀ ਤਰ੍ਹਾਂ ਮਾਂਜਣੇ ਨਹੀਂ, ਸਵਾਦ ਕਨਾ ਅੱਧੀ ਜੂਠ ਲੱਗੀ ਹੋਣੀ, ਅਤੇ ਰੁਮਾਲੇ ਵੀ ਉਹ ਜੂਠੇ ਮਿੱਠੇ ਲੈ ਕੇ ਦਰਬਾਰ 'ਚ ਲੈ ਆਉਣਾ।
ਫਿਰ ਭੋਗ ਲਵਾਉਣ ਤੋਂ ਰੋਣਾ, ਇਹ ਸਾਰਾ ਜਿਹੜੀ ਬੱਜਰ ਕਰਾਤਾ ਇਹਨਾਂ ਦਾ ਫਲ ਨਹੀਂ ਕੁਝ ਮਿਲਦਾ। ਜਿਹੜੀ ਕੋਈ ਸੁਚਮਤਾਈ ਵਰਤਣੀ ਹੈ ਉਹਦੇ ਨਾਲ ਤਿਆਰ ਕਰਕੇ ਲਿਆਉਣਾ ਹੈ ਭੋਜਨ ਪ੍ਰਸ਼ਾਦਾ, ਫਿਰ ਉਹਨੂੰ ਭੋਗ ਲਾਉਣਾ। ਉਹ ਸੀਤ ਪ੍ਰਸ਼ਾਦ ਛਕੇ ਦਾ ਸਾਡਾ ਫਲ ਹੈ, ਸਾਨੂੰ ਦੂਜੇ ਦਾ ਕੋਈ ਫਲ ਨਹੀਂ ਹੈ। ਜਿਹੜਾ ਕੋਈ ਉੱਤੋਂ ਸਿਰ ਮੋਨੇ ਭਾਵ ਜਿਹੜੇ ਆਉਂਦੇ ਆ ਕਈ ਲੈ ਕੇ ਆਪਣੇ ਵੀ ਤੰਦੂਰ ਲਾਉਣਗੇ ਜੀ, ਅਤੇ ਸਿਰ ਵੀ ਉਹਨਾਂ ਦੇ ਉਹੋ ਜਿਹੇ ਬੀੜੀ ਪਰੇ ਬੀੜੀ ਪੀ ਆਉਂਦੇ ਆ, ਤੰਬਾਕੂ ਜਿਹੜਾ ਫੱਕਾ ਮਾਰ ਆਉਂਦੇ, ਇੱਧਰ ਆ ਕੇ ਉਹ ਤੰਦੂਰ ਲਾ ਲੈਂਦੇ ਆ। ਉਹਨਾਂ ਦਾ ਬਣਿਆ ਬਣਾਇਆ ਅਸੀਂ ਗੁਰੂ ਸਾਹਿਬ ਦੇ ਅੱਗੇ ਰੱਖ ਆਉਂਦੇ ਹਾਂ। ਠੀਕ ਹੈ ਵੀ ਚਲੋ ਜੀ ਅਸੀਂ ਨਹੀਂ ਕੋਈ ਸੋਚ ਵਰਤਣੀ, ਸਾਨੂੰ ਨਹੀਂ ਕੋਈ ਜ਼ਰੂਰਤ, ਕਹਿੰਦੇ ਆ ਵੀ ਕੁਝ ਨਹੀਂ ਸੋਚਾ, ਪਰ ਕਮ ਸੇ ਕਮ ਗੁਰੂ ਮਹਾਰਾਜ ਦੇ ਜੋ ਵਾਸਤੇ ਭੋਗ ਲੱਗਣਾ ਪੂਰਾ ਸੁਚਮਤਾਈ ਨਾਲ ਹੋਵੇ। ਫਿਰ ਜਦੋਂ ਕੋਈ ਕਹਿੰਦਾ ਵੀ ਆ ਠੀਕ ਨਹੀਂ ਆ, ਕਹਿੰਦੇ ਵੀ ਇੱਕ ਗਰਮ ਖਿਆਲੀ ਹੈ ਅਤੇ ਲੋਕਾਂ ਨੂੰ ਤੋੜਦੇ ਹੈ, ਗੁਰਦੁਆਰੇ ਵੜਨਾ ਕਿੰਨੇ ਸੁਣਨਾ ਹੈ, ਇਹ ਤਾਂ ਗਰਮ ਖਿਆਲੀ ਹੈ। ਪਰ ਉਹ ਗਰਮ ਖਿਆਲੀ ਨਹੀਂ, ਜਿਹੜੀ ਕੋਈ ਗੁਰੂ ਘਰ ਦੀ ਮਰਿਆਦਾ ਕਾਇਮ ਰੱਖਦੇ ਉਹਦੇ ਵਿੱਚ ਭਲਾ ਹੈ। ਬੱਜਰ ਕਰਾਇਤ ਕਰਨੋਂ ਚੰਗਾ ਹੁਣ ਕੱਲ੍ਹ ਨੂੰ ਲੇਖਾ ਦੇਣਾ ਪਊ। ਹੁਣ ਉਹਨੇ ਝੂਠ ਹੀ ਕੀਤੀ ਹੈ ਬਸ, ਰਾਜੇ ਜਨਕ ਦੇ ਨੌਕਰ ਨੇ, ਅਤੇ ਉਹ ਕਿੱਥੇ ਸਤਿਯੁਗ ਵਿੱਚ ਬਣਿਆ ਦੈਂਤ ਅਤੇ ਕਲਯੁਗ 'ਚ ਉਧਾਰ ਹੋਇਆ। ਅਤੇ ਆਪਾਂ ਜਿਹੜੇ ਇਹਨਾਂ ਗੱਲਾਂ ਵੱਲ ਦੇਖਦੇ ਨਹੀਂ ਹੈ, ਅਤੇ ਧਿਆਨ ਦੇਣਾ ਚਾਹੀਦਾ ਹੈ। ਮਹਾਰਾਜ ਦੀ ਜਦੋਂ ਭੋਗ ਲੱਗਣਾ ਬੜੇ ਸਤਿਕਾਰ ਨਾਲ ਬਰਤਨ ਮਾਂਜੇ ਹੋਣ, ਹੱਥੀਂ ਤਿਆਰ ਕੀਤਾ ਹੋਵੇ। ਦੇਖ ਲੈਣਾ ਚਾਹੀਦਾ ਬਣਾਉਣ ਵਾਲਾ ਤੰਬਾਕੂ ਲਾਉਂਦਾ, ਸਿਗਰਟਾਂ ਪੀਂਦਾ, ਕੀ ਕਰਦਾ ਹੈ। ਕਈਆਂ ਦੇ ਇੱਥੇ ਲੰਗਰ ਹਾਲ 'ਚ ਵੇਖਦਾ ਨੰਗੇ ਸਿਰਾ ਤੁਰੇ ਫਿਰਦੇ ਹੈ, ਉਹਨਾਂ ਨੂੰ ਜੇ ਕਹਿ ਦਈਏ ਉਸੇ ਵੇਲੇ ਪਰਦਾ ਜਿਹਾ ਕਰ ਲੈਂਦੇ, ਫਿਰ ਲਾ ਲੈਂਦੇ ਹੈ। ਅਤੇ ਦੂਜੇ ਜਿਹੜੇ ਇੱਥੇ ਬੈਠੇ ਹੁੰਦੇ ਉਹ ਕਹਿੰਦੇ ਵੀ ਫਿਰ ਕੀ ਹੋ ਗਿਆ, ਚਲੋ ਜੇ ਨੰਗੇ ਸਿਰਿਆਂ ਦੇ ਐਵੇਂ ਤੁਸੀਂ ਤੋੜਦੇ ਹੋ, ਇਹ ਤਾਂ ਚੰਗੀ ਗੱਲ ਨਹੀਂ ਹੈ। ਇਹੋ ਜਿਹੇ ਜਿਹੜੇ ਰਾਖਸ਼ਾਂ ਨੂੰ ਅੰਦਰ ਵਾੜ ਕੇ ਰੱਖਣਾ ਟੁੱਟੇ ਹੀ ਚੰਗੇ, ਉਹ ਕੋਈ ਜੋੜਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਜਿਹੜੇ ਮੰਨਦੇ ਨਹੀਂ ਉਹ ਰਾਖਸ਼ਾਂ ਵਾਂਗ ਹੀ ਹੈ। ਜਿਹੜੇ ਕੋਈ ਆ ਕਹਿੰਦੇ ਵੀ ਸੁਚਮਤਾਈ ਕੀ ਆ ਜੀ, ਇਹਦੇ ਵਿੱਚ ਕੀ ਵੜਿਆ ਜੀ, ਹੱਥਾਂ ਵਿੱਚ ਕੀ ਵੜਿਆ, ਉਹ ਸਾਖਤ ਲੋਕ ਹੁੰਦੇ, ਉਹ ਆਪਣੇ ਆਪ ਨੂੰ ਕੋਈ ਸਿੱਖ ਸੁੱਖ ਨਹੀਂ ਕਹਾਉਣੇ ਚਾਹੀਦੇ, ਸਾਖਤ ਹੁੰਦੇ ਆ। ਭਗਤ ਕਬੀਰ ਜੀ ਕਹਿੰਦੇ ਆ ਸਾਖਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ। ਉਹ ਸੁਣ ਕੇ ਕਿਹਾ ਸੀ ਕਹਿੰਦੇ ਭਗਤ ਮਹਾਰਾਜ ਜੀ ਤੁਸੀਂ ਕਹਿੰਦੇ ਵੀ ਸਾਖਤ ਦਾ ਸੰਗ ਨਾ ਕਰੋ, ਉਹਦੇ ਵਿੱਚ ਵੀ ਤਾਂ ਰੱਬ ਹੀ ਵੱਸਦਾ ਹੈ, ਇੰਨੀ ਨਫ਼ਰਤ। ਕਹਿੰਦੇ ਨਹੀਂ ਭਾਈ ਨਫ਼ਰਤ ਨਹੀਂ ਹੈ, ਉਹ ਤਾਂ ਇਸ ਤਰ੍ਹਾਂ ਬਾਸਣ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਆ ਬਰਤਨ ਹੋਵੇ ਨਾ ਕੋਈ ਕਾਲਾ, ਉਹਦੇ ਲਾਗੇ ਚਿੱਟੇ ਕੱਪੜੇ ਪਾ ਕੇ ਖਲੋ ਜਾਈਏ ਅਤੇ ਹਵਾ ਜਦੋਂ ਆ ਜਾਂਦੀ ਹੈ, ਥੋੜ੍ਹਾ ਜਿਹਾ ਵੀ ਕਿਤੇ ਕਾਲੇ ਕੱਪੜੇ ਨਾਲ ਛੋਹ ਜਾਵੇ ਤਾਂ ਕਾਲਖ ਲੱਗ ਜਾਂਦੀ, ਉਹ ਲੱਥਦੀ ਨਹੀਂ ਮੁੜ ਕੇ, ਅਤੇ ਉਹਦੇ ਛੋਹਦਿਆਂ ਲੱਗ ਹੀ ਜਾਣੀ ਕਾਲਖ। ਇਸੇ ਤਰ੍ਹਾਂ ਜਿਹੜੀ ਸਾਖਤ ਦੀ ਸੰਗਤ ਕਰਨੀ ਉਹਦਾ ਅਸਰ ਹੋ ਹੀ ਜਾਂਦਾ। ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨਾ ਵੀ ਹੱਥਾਂ 'ਚ ਕੀ ਵੜਿਆ ਜੀ, ਆਹ ਭਾਂਡਿਆਂ 'ਚ ਕੀ ਵੜ ਗਿਆ ਜੀ, ਆ ਇੱਥੇ ਕੀ ਹੋਰ ਮਾਲੇ 'ਚ ਕੀ ਵੜ ਗਿਆ ਜੀ, ਹੱਥ ਧੋਣ ਦੀ ਕੀ ਜ਼ਰੂਰਤ, ਇੱਥੇ ਸਾਫ਼ ਕੀ ਆ, ਅਸੀਂ ਵੀ ਝੂਠੇ, ਮਾਤਾ ਝੂਠੀ, ਪਿਤਾ ਵੀ ਝੂਠਾ, ਗੁਰਬਾਣੀ ਦੇ ਐਵੇਂ ਪ੍ਰਮਾਣ ਲਾ ਕੇ ਸਿਧਾਂਤ ਕੋਈ ਜਾਣਨਾ ਨਹੀਂ, ਆ ਵੀ ਝੂਠਾ ਜੀ, ਉਹ ਵੀ ਝੂਠਾ, ਸੁੱਚਾ ਕੀ, ਜਿੱਥੋਂ ਸਬਜ਼ੀ ਲਿਆਂਦੀ ਉਹ ਸੁੱਚੀ ਹੀ ਕੀ, ਆਟਾ ਜਿਹੜਾ ਲੋਕਾਂ ਘਰੋਂ ਆਇਆ ਕੀ ਸੁੱਚਾ ਹੀ। ਇਹੋ ਜਿਹੀਆਂ ਜਿਹੜੀਆਂ ਗੱਲਾਂ ਕਰਦੇ ਸਾਖਤ ਲੋਕਾਂ ਦਾ ਕੰਮ ਹੈ। ਅੱਖੀਂ ਦੇਖ ਕੇ ਜ਼ਹਿਰ ਖਾਧਾ ਨਹੀਂ ਜਾਂਦਾ। ਸਫਾਈ ਜਿਹੜੀ ਹੈ ਜਿੰਨੀ ਕੀਤੀ ਜਾਵੇ ਗੁਰੂ ਮਹਾਰਾਜ ਚਰਨਾਂ ਵਿੱਚ ਉਨੀ ਭਲਾ ਹੈ। ਮਰਿਆਦਾ ਜਿਹੜੇ ਮਹਾਂਪੁਰਸ਼ਾਂ ਨੇ ਕਾਇਮ ਕੀਤੀ, ਗੁਰੂ ਸਾਹਿਬ ਜੀ ਨੇ ਕਾਇਮ ਕੀਤੀ ਹੈ, ਉਹ ਮਰਿਆਦਾ ਨੂੰ ਜਿਹੜੇ ਲੋਕ ਤੋੜਨ ਦੀ ਕੋਸ਼ਿਸ਼ ਕਰਦੇ ਆਪਣੀਆਂ ਚਲਾਕੀਆਂ ਨਾਲ, ਫਿਰ ਉਹ ਸਿੱਖ ਸੁੱਖ ਨਹੀਂ ਆ, ਉਹ ਸਾਖਤ ਲੋਕ ਹੁੰਦੇ ਆ। ਅਤੇ ਇਸ ਤਰ੍ਹਾਂ ਜਿਹੜੀ ਮਰਿਆਦਾ ਜਿਹੜੀ ਰੱਖਣੀ ਹੈ ਮਹਾਂਪੁਰਸ਼ਾਂ ਦੇ ਬਚਨਾਂ 'ਤੇ ਰਹਿ ਕੇ, ਮਹਾਂਪੁਰਸ਼ਾਂ ਦੀ ਜਿਹੜੀ ਚੜ੍ਹਦੀ ਕਲਾ, ਗੁਰੂ ਘਰ ਦੀ ਵੀ ਚੜ੍ਹਦੀ ਕਲਾ, ਆਪਣੀ ਵੀ ਚੜ੍ਹਦੀ ਕਲਾ, ਝੂਠ ਮੂਠ ਕਵਾ ਕੇ ਅਤੇ ਫਿਰ ਉਹ ਦੈਂਤ ਹੀ ਬਣਨਾ ਪੈਂਦਾ, ਰਾਖਸ਼ੀ ਬਣਨਾ ਪੈਂਦਾ। ਇਹਨਾਂ ਗੱਲਾਂ ਤੋਂ ਬਚ ਕੇ ਰਹਿਣਾ ਚਾਹੀਦਾ, ਸੋਚਣਾ ਚਾਹੀਦਾ ਹੈ ਵੀ ਉਹ ਦੈਂਤ ਉਹ ਵੇਖ ਲਓ, ਇੱਕ ਝੂਠ ਕੀਤੀ ਹੈ ਇੱਕ ਵਾਰ ਹੀ, ਉਹਦਾ ਫਲ ਕੀ ਮਿਲਿਆ ਵੀ ਸਤਿਯੁਗ ਦਾ ਬਣਿਆ, ਲੱਖਾਂ ਵਰੇ ਉਮਰ ਲੰਘ ਗਈ, ਕਲਯੁਗ ਆ ਗਿਆ, ਫਿਰ ਜਾ ਕੇ ਗੁਰੂ ਨਾਨਕ ਸਾਹਿਬ ਨੇ ਉਧਾਰ ਕੀਤਾ, ਉਹਦਾ ਤੇ ਉਧਾਰ ਕਰ ਦਿੱਤਾ ਜੋ ਜਨਕ ਰਾਜ ਦਾ ਸਰਾਪਿਆ ਸੀ। ਸਾਡਾ ਉਧਾਰ ਕੋਈ ਨਹੀਂ ਹੋਣਾ ਜਿਹੜੇ ਗੁਰੂ ਨਾਨਕ ਸਾਹਿਬ ਜੀ ਨਾਲ ਹੀ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਹੈ,
420 ਆ ਵੀ ਕੋਈ ਸਫਾਈ ਨਹੀਂ ਰੱਖਣੀ, ਸਗੋਂ ਜਿਹੜੇ ਰੱਖਦੇ ਉਹਨਾਂ ਨੂੰ ਕਹਿਣਾ ਇਹਨਾਂ ਨੂੰ ਵਹਿਮ ਹੋ ਗਿਆ ਜੀ, ਹੱਥ ਘਸਾਈ ਜਾਂਦੇ ਜੀ, ਆਦੇ ਟੂਟੀਆਂ ਇਹਨਾਂ ਘਸਾ ਦਿੱਤੀਆਂ ਐ, ਵੇਖੋ ਕੀ ਕਰਦਾ। ਤੇ ਆਪ ਹੱਥ ਧੋਣੇ ਕੋਈ ਨਾ। ਇਹਨਾਂ ਗੱਲਾਂ ਨੂੰ ਜਿਹੜੇ ਕਹਿਣ ਵਾਲੇ ਉਹ ਸਾਖਤ ਲੋਕ ਹੁੰਦੇ ਐ। ਮਰਿਆਦਾ ਜਿੰਨੀ ਹੋ ਜਾਵੇ ਉਨੀ ਥੋੜ੍ਹੀ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਘਰ ਦਾ ਜਿਹੜਾ ਪ੍ਰਸ਼ਾਦਾ ਭੋਜਨ ਹੈ, ਚੰਗੀ ਸੁਚਮਤਾਈ ਨਾਲ ਤਿਆਰ ਕਰਕੇ, ਪਵਿੱਤਰਤਾਈ ਨਾਲ ਤਿਆਰ ਕਰਕੇ ਫਿਰ ਭੋਗ ਲਾਉਣਾ ਚਾਹੀਦਾ ਹੈ। ਜਿਹੜਾ ਕੋਈ ਆ ਬਾਹਰੋਂ ਹੋਟਲਾਂ 'ਚ ਲਿਆ ਕੇ ਤੇ ਸਿੱਧਾ ਭੋਗ ਲਵਾ ਦੇਣਾ, ਉਹੀ ਲੋਕ ਪਰਲੇ ਪਾਸੇ ਬੀੜੀ ਪੀ ਆਉਂਦੇ ਆ, ਉਹੀ ਲੋਕ ਫੱਕਾ ਮਾਰ ਤੰਬਾਕੂ ਦਾ, ਉਹਨਾਂ ਦਾ ਬਣਿਆ ਸੀ ਭੋਜਨ ਗੁਰੂ ਸਾਹਿਬ ਛਕਾ ਦਿੰਦੇ ਆ। ਫਿਰ ਕਹਿੰਦੇ ਜੀ ਭੋਗ ਲੱਗਾ, ਆਪ ਵੀ ਖਾਓ, ਹੁਣ ਤੂੰ ਗੁਰੂ ਤੋਂ ਵੱਡਾ ਹੋ ਗਿਆ। ਹੁਣ ਅਸੀਂ ਤਾਂ ਧੱਕੇਸ਼ਾਹੀਆਂ ਕਰਦੇ ਹਾਂ, ਪਰ ਇਹਨਾਂ ਦਾ ਮੁੜ ਕੇ ਫਲ ਜਿਹੜਾ ਬਾਅਦ ਵਿੱਚ ਭੋਗਣਾ ਪੈਂਦਾ। ਇਸ ਤਰ੍ਹਾਂ ਸਾਧ ਸੰਗਤ ਜੀ ਇਹਨਾਂ ਗੱਲਾਂ ਦਾ ਸੰਕੋਚ ਕਰਨਾ ਚਾਹੀਦਾ। ਜਿਹੜੇ ਕੋਈ ਇਤਿਹਾਸ ਸਰਵਣ ਕਰਦੇ ਆ ਉਹਨਾਂ ਨੂੰ ਇਹਨਾਂ ਗੱਲਾਂ ਦਾ ਫਿਰ ਪਤਾ ਲੱਗ ਜਾਂਦਾ ਅਤੇ ਉਹ ਫਿਰ ਸ਼ੁੱਧਤਾਈ ਨਾਲ ਹੀ ਕਰਾਈ ਜਾਂਦੇ ਆ। ਜਿਹੜੇ ਕੋਈ ਨਹੀਂ ਸੁਣਦੇ ਫਿਰ ਉਹ ਆਪਣੇ ਆਪ ਹੀ ਹੱਥ ਪੱਲਾ ਮਾਰੀ ਜਾਂਦੇ ਆ, ਜਿੱਥੇ ਮਰਜ਼ੀ ਹੱਥ ਲਾਈ ਜਾਂਦੇ ਅਤੇ ਦੂਜਿਆਂ ਨੂੰ ਵਹਿਮੀ ਕਹੀ ਜਾਂਦੇ ਆ। ਅਤੇ ਅਸਲ ਵਿੱਚ ਉਹਨਾਂ ਨੂੰ ਕੋਈ ਫਲ ਨਹੀਂ ਹੁੰਦਾ। ਪਵਿੱਤਰਤਾ ਹੀ ਹੈ। ਜਿਵੇਂ ਅੰਮ੍ਰਿਤ ਵੇਲੇ ਉੱਠਦਿਆਂ ਇਸ਼ਨਾਨ ਕਰਨਾ, ਉਹ ਪਵਿੱਤਰਤਾ ਹੀ ਹੈ। ਜੇ ਨਾ ਕੋਈ ਲਾਹਾ ਹੋਵੇ ਤਾਂ ਫਿਰ ਇਸ਼ਨਾਨ ਕਰਨ ਦੀ ਤਾਂ ਕੋਈ ਲੋੜ ਹੀ ਨਹੀਂ। ਸਿੱਧਾ ਉੱਠੋ, ਨਾਮ ਜਪੋ, ਆਪਣਾ ਰੋਟੀ ਪਾਣੀ ਖਾਓ, ਤੁਰੋ ਫਿਰੋ, ਕੀ ਲੋੜ ਹੀ ਨਹੀਂ ਨਹਾਉਣ ਧੋਣ ਦੀ, ਕੀ ਲੋੜ ਚੰਗੇ ਕੱਪੜੇ ਪਾਉਣ ਦੀ। ਪਵਿੱਤਰਤਾ ਹੀ ਹੈ। ਸੁੱਚ ਹੋਵੇ ਤਾਂ ਸੱਚ ਪਾਈ ਹੈ। ਸਰੀਰ ਬਾਹਰੀ ਪਵਿੱਤਰਤਾ ਹੀ, ਅੰਦਰਲੀ ਪਵਿੱਤਰਤਾ ਹੀ। ਇਹਨਾਂ ਗੱਲਾਂ ਦੇ ਨਾਲ ਜਿਹੜਾ ਹੈ ਧਿਆਨ ਰੱਖਣਾ ਚਾਹੀਦਾ ਹੈ। ਇਤਿਹਾਸ ਸੁਣਨ ਨਾਲ ਹੀ ਸਾਨੂੰ ਪਤਾ ਲੱਗਦਾ ਹੈ ਵੀ ਇਤਿਹਾਸ ਵਿੱਚ ਕੀ ਆ ਰਿਹਾ ਹੈ, ਅਸੀਂ ਕਿਵੇਂ ਵਿਚਰਦੇ ਹਾਂ, ਕਿਵੇਂ ਕਰਦੇ ਹਾਂ। ਇਹ ਜਿਹੜਾ ਕੋਈ ਕਹਿ ਰਿਹਾ ਝੂਠ ਕਹਿ ਰਿਹਾ ਕਿ ਜਾਂ ਐਵੇਂ ਬੋਲ ਰਿਹਾ ਹੈ ਜਾਂ ਆਪਣੀ ਚਲਾ ਰਿਹਾ ਹੈ, ਇਤਿਹਾਸ ਸਰਵਣ ਕਰਾਂਗੇ ਤਾਂ ਫਿਰ ਸਾਨੂੰ ਜਾ ਕੇ ਪਤਾ ਲੱਗੇਗਾ। ਸਤਿਗੁਰੂ ਜੀ ਨੇ ਜਿਵੇਂ ਉਹ ਦੈਂਤਾਂ ਨੂੰ ਰੋਕਿਆ ਹੈ ਵੀ ਮਾਸ ਨਹੀਂ ਖਾਣਾ, ਅਤੇ ਜਿਹੜਾ ਦੋਵੇਂ ਟਾਈਮ ਤੁਸੀਂ ਕੜਾਹ ਪ੍ਰਸ਼ਾਦ ਦੇਗ ਤਿਆਰ ਕਰੋ, ਲੰਗਰ ਲਾਓ ਅਤੇ ਆਪ ਵੀ ਛਕੋ, ਸੰਗਤਾਂ ਨੂੰ ਵੀ ਛਕਾਓ, ਆਪਣੇ ਸਾਥੀਆਂ ਨੂੰ ਦੋਵੇਂ ਟਾਈਮ ਸੰਗਤ ਕਰਨੀ। ਉਹ ਭਾਵ ਭਗਤੀ ਦੇ ਰਸਤੇ 'ਤੇ ਪਾਇਆ, ਸਭ ਨੂੰ ਹੀ ਨਾਮ ਜਪਾਇਆ। ਜੋ ਗੁਰੂ ਜੀ ਦਾ ਸਿਧਾਂਤ ਹੀ ਹੈ ਕਿ ਨਾਮ ਜਪਾਉਣ ਵਾਸਤੇ ਕਲਯੁਗ ਦੇ ਸਮੇਂ ਵਿੱਚ ਅਵਤਾਰ ਧਾਰਨ ਕੀਤਾ ਸੀ। ਇਹ ਪ੍ਰਸੰਗ ਆਪਾਂ ਸਰਵਣ ਕਰ ਲਿਆ ਹੈ। ਹੁਣ ਇੱਥੇ ਸਮਾਪਤੀ ਹੈ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੁਰਬਾਰ ਦੇ ਬਨ ਮਾਨਸ ਰਾਖਸ ਪ੍ਰਸੰਗ ਬਰਨਨ ਨਾਮ ਪੰਚਾਸਮ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਜਿਹੜੇ 55 ਅਧਿਆਏ ਸਮਾਪਤ ਹੋ ਗਏ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਹੈ। ਇਸ ਪ੍ਰਕਾਰ ਕਹਿ ਬਚਨ ਕੋ ਚਲਤ ਭਏ ਗਤ ਦਾਏ ਭਜ ਸੰਤੋਖ ਸਿੰਘ ਗੁਰ ਚਰਨਾ ਕਰ ਕੈ ਪੂਰਨ ਧਿਆਏ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੁਰਬਾਰ ਦੇ ਬਨ ਮਾਨਸ ਰਾਖਸ ਪ੍ਰਸੰਗ ਵਰਨਨ ਨਾਮ ਪੰਚਾਸਮ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।